ਪੱਬਾ ਭੇਦੈ ਭੇਦ ਮਿਲਾਵਾ, ਆਬ ਭਉ ਭਾਨ ਪਰੋਸੋ ਆਵਾ। ਜੋ ਬਾਹਰ ਸੋ ਭੀਤਰ ਜਾਣਿਆ, ਭਇਆ ਭੇਦ ਭੂਪਤ ਪਹਿਚਾਨਿਆ। ਮਮਾ ਮੂਲ ਗਹਿਆ ਮਨ ਮਾਨੈ, ਮਰਮੀ ਹੋਇ ਸੋ ਮਨ ਕੋ ਜਾਣੈ। ਮਤ ਕੋਈ ਮਨ ਮਿਲਤਾ ਬਿਲਮਾਵੈ, ਮਗਨ ਭਇਆ ਤੇ ਸੋ ਸੱਚ ਪਾਵੈ। ਮਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ। ਮਨ ਹੀ ਮਨ ਸਿਉ ਕਹੈ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਇਹ ਮਨ ਸ਼ਕਤੀ ਇਹ ਮਨ ਸਿਓ, ਇਹ ਮਨ ਪੰਚ ਤਤ ਕੋ ਜਿਓ। ਇਹ ਮਨ ਲੈ ਜਾਓ ਉਨ ਮਨ ਰਹੈ, ਤੋ ਤੀਨ ਲੋਕ ਕੀ ਬਾਤੈਂ ਕਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। परम सत्कारयोग दीन दुनिया के मालक सतगुरु धन धन गुरु ग्रंथ साहिब सच्चे पातशाह महाराज सतगुरां दे पावन दरबार दियां हाजरियां भर रहे गुरु सवारे सत संगी जनों अकाल पुरख वाहिगुरु जी ने अपार बख्शिश कृपा की है। गुरु सवारियां पासों महाराज दी पावन बाणी का कीर्तन आप जी ने बड़े सत्कार सहित श्रवण किया है। भगत कबीर साहब जी की उच्चारण की हुई पावन बाणी 52 अखरी दियां 4 बंदा का पाठ आप सरबत संगत ने दास पासों सुनिया है। कबीर साहब जी इन्हां विचार अधीन पंक्तियां दे विच बचनां दे विच उपदेश करदियां होया समझाउंदे हन। भब्बा भीदै भेद मिलावा, अब भौ भान भरोसो आवा। भेद दा अर्थ गुरु ग्रंथ साहब दी बाणी विच भेद राज रमज, भेद दा अर्थ फर्क गैप। और इस ढंग दे नाल इस नूं वख-वख प्रकरणां दे मुताबक इस शब्द की वरतों गुरु ग्रंथ साहब महाराज जी की पावन बाणी विच कीती गई है। इत्थे कबीर साहब जी बख्शिश करदियां होया कहिंदे ने भेदा है भेद मिलावा। भेदा दा भाव है जिहड़ा फर्क है, जिहड़ा गैप है, जिहड़ा मेरे अते अकाल पुरख प्रभु दे विचकार एक दूरी बन गई है। मेरी अपनी अज्ञानता के कारण, मेरी अपनी हौमै के कारण मैं उस दूरी नूं विन लिया, भेद दिता, विन दिता, खत्म कर दिता ते मेरा उस करते अकाल पुरख दे नाल मिलाप हो गया। गुरु ग्रंथ साहब महाराज की बाणी विच इस भावना नूं प्रगट करन वास्ते बड़े प्यारे प्यारे शब्द गुरु ग्रंथ साहब महाराज की पवित्र बाणी विच सतगुरां ने वरते ने।
ਅਸੀਂ ਭਗਤ ਕਬੀਰ ਸਾਹਿਬ ਜੀ ਦੀਆਂ ਇਹ ਪਾਵਨ ਪੰਕਤੀਆਂ ਜਿਸ ਵੇਲੇ ਪੜ੍ਹਦੇ ਹਾਂ, ਹਉ ਬਲ ਬਲ ਜਾਉ ਰਮਈਆ ਕਾਰਨੇ, ਕਾਰਨ ਕਵਨ ਅਬੋਲ। ਮੈਂ ਸਦਕੇ ਜਾਂਦਾ ਹਾਂ ਉਸ ਸਰਵ ਵਿਆਪਕ ਰੱਬ ਤੋਂ, ਪ੍ਰਭੂ ਤੋਂ। ਕੀ ਕਾਰਨ ਹੈ? ਕਾਰਨ ਕਵਨ, ਕੀ ਕਾਰਨ ਹੈ, ਕੀ ਵਜ੍ਹਾ ਹੈ? ਅਬੋਲ ਦਾ ਅਰਥ ਹੁੰਦਾ ਹੈ ਸਾਂਝ ਨਾ ਹੋਣੀ। ਜਿੱਥੇ ਬੋਲ ਬਾਣੀ ਨਾ ਸਾਂਝੀ ਹੋਵੇ, ਗੱਲਬਾਤ ਨਾ ਸਾਂਝੀ ਹੋਵੇ, ਵਿਚਾਰ ਸਾਂਝਾ ਨਾ ਹੋਵੇ, ਬੋਲਣ ਤੋਂ ਭਾਵ ਹੈ ਵੀ ਸਾਂਝ ਹੈ, ਅਬੋਲ ਦਾ ਅਰਥ ਹੈ ਵੀ ਸਾਂਝ ਨਹੀਂ ਹੈ। ਕੀ ਕਾਰਨ ਹੈ ਵੀ ਮੇਰੀ ਤੇਰੇ ਨਾਲੋਂ ਸਾਂਝ ਟੁੱਟ ਗਈ? ਕੀ ਵਜ੍ਹਾ ਹੈ ਕਿ ਤੇਰਾ ਤੇ ਮੇਰਾ ਆਪਸ ਵਿੱਚ ਸੰਬੰਧ ਜਿਹੜਾ ਹੈ ਉਹ ਫਿੱਕਾ ਪੈ ਗਿਆ, ਮੈਨੂੰ ਤੇਰੀ ਸੋਝੀ ਨਹੀਂ? ਇਸੇ ਭਾਵਨਾ ਦੀ ਗੱਲ ਕਰਦਿਆਂ ਹੋਇਆਂ ਕਬੀਰ ਸਾਹਿਬ ਇਸ ਨੂੰ ਆਪਣੇ ਢੰਗ ਨਾਲ ਬਿਆਨ ਕਰਦੇ ਹਨ। ਉਹ ਲਿਖਦੇ ਨੇ, ਕਰਵਤ ਭਲਾ ਨਾ ਕਰਵਟ ਤੇਰੀ। ਕਰਵਤ ਕਹਿੰਦੇ ਨੇ ਆਰੇ ਨੂੰ, ਕਰਵਟ ਕਹਿੰਦੇ ਹਨ ਪਿੱਠ ਦੇ ਦੇਣੀ, ਮੂੰਹ ਮੋੜ ਲੈਣਾ, ਮੁਖ ਮੋੜ ਲੈਣਾ। ਕਹਿੰਦੇ ਨੇ ਮੈਨੂੰ ਆਰੇ ਦੀ ਤੇਜ਼ ਧਾਰ ਨਾਲ ਆਪਣਾ ਆਪ ਚਿਰਵਾਉਣਾ ਪ੍ਰਵਾਨ ਹੈ। ਉਨੀ ਤਕਲੀਫ ਸ਼ਾਇਦ ਉਸ ਗੱਲ ਦੀ ਮੈਨੂੰ ਨਹੀਂ ਹੋਏਗੀ ਜਿੰਨਾ ਦੁੱਖ, ਜਿੰਨਾ ਰੰਜ ਔਰ ਜਿੰਨੀ ਤਕਲੀਫ ਮੇਰੇ ਜੀਵਨ ਦੇ ਅੰਦਰ ਤੇਰੇ ਮੁਖ ਮੋੜ ਜਾਣ ਦੀ ਹੈ। ਇੱਕ ਭਾਵਨਾ ਹੈ, ਭਾਵ ਤੈਥੋਂ ਦੂਰੀ ਦੀ ਜਿਹੜੀ ਤਕਲੀਫ ਹੈ ਉਹ ਮੈਥੋਂ ਬਰਦਾਸ਼ਤ ਨਹੀਂ ਹੁੰਦੀ। ਇਹਦੇ ਇਵਜ਼ ਵਿੱਚ ਆਰੇ ਦੀ ਧਾਰ ਥੱਲੇ ਬਹਿ ਜਾਣਾ, ਇਹ ਤਕਲੀਫ ਬਹੁਤ ਛੋਟੀ ਹੈ। ਇਸ ਵਾਸਤੇ ਬੇਨਤੀ ਕਰਦੇ ਨੇ, ਲਾਗ ਗਲੇ ਸੁਨ ਬਿਨਤੀ ਮੇਰੀ, ਹਉ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੀ ਕੋ ਮਾਰੈ, ਜੋ ਤਨ ਚੀਰੈ ਅੰਗ ਨ ਮੋਰੋਂ, ਪਿੰਡ ਪਰੈ ਤੋ ਪ੍ਰੀਤ ਨ ਤੋਰੋਂ, ਹਮ ਤੁਮ बीच भयो नहीं कोई, तुम है सो कंत नार हम सोई, कहत कबीर सुनो रे लोई, अब तुमरी ਪ੍ਰਤੀਤ ਨਾ ਹੋਈ। ਇੱਥੇ ਲੋਈ ਸ਼ਬਦ ਲੋਕਾਈ ਵਾਸਤੇ ਆਇਆ। ਇਹ ਸੰਸਾਰ ਦੇ ਲੋਕੋ ਸੁਣੋ, ਮੈਨੂੰ ਤੁਹਾਡੇ ਝੂਠ ਤੇ ਦੰਭ ਉਤੇ ਯਕੀਨ ਨਹੀਂ, ਕਿਉਂਕਿ ਮੈਂ ਜਾਣ ਲਿਆ ਕਿ ਉਹਦੇ ਨਾਲੋਂ ਮੇਰੀ ਦੂਰੀ ਦਾ ਕਾਰਨ ਹੀ ਲੋਕ ਲਾਜ ਹੈ। ਉਹਦੇ ਨਾਲੋਂ ਮੇਰੇ ਸੰਬੰਧ ਦਾ ਟੁੱਟ ਜਾਣ ਦਾ ਭਾਵ ਮਤਲਬ ਕਾਰਨ ਹੀ ਸੰਸਾਰ ਦੀਆਂ ਖੁਆਇਸ਼ਾਂ ਵਿੱਚ ਭਟਕ ਜਾਣਾ ਹੈ। ਦੁਨੀਆ ਦੀ ਝੂਠੀ ਲੋਕ ਲਾਜ ਵਿੱਚ ਫਸ ਕੇ ਮੇਰੀ ਅੰਦਰ ਦੀ ਜਿਹੜੀ ਸਾਂਝ ਹੈ ਉਸ ਕਰਤੇ ਪੁਰਖ ਨਾਲੋਂ ਟੁੱਟ ਗਈ, ਦੂਰੀ ਬਣ ਗਈ। ਇਸ ਕਰਕੇ ਮੈਂ ਪ੍ਰਤੀਤ ਨਹੀਂ ਕਰਦਾ, ਤੁਹਾਡੇ ਝੂਠ ਔਰ ਲੋਕ ਲਾਜ ਉੱਤੇ ਮੈਨੂੰ ਹੁਣ ਯਕੀਨ ਕੋਈ ਨਹੀਂ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਇਹ ਹਨ ਉਹ ਭਾਵਨਾਵਾਂ ਦੇ ਜਿਹੜੀਆਂ ਇੱਕ ਰੱਬੀ ਪਿਆਰਿਆਂ ਦੇ ਮਨ ਵਿੱਚ ਉਸ ਅਕਾਲ ਪੁਰਖ ਦੇ ਪ੍ਰਤੀ ਜਾਂ ਉਹਦੇ ਮਿਲਾਪ ਦੀ ਗੱਲ ਕਰਦਿਆਂ ਹੋਇਆਂ ਜਾਂ ਉਹਦੇ ਨਾਲੋਂ ਜਿਹੜੀ ਦੂਰੀ ਹੈ ਉਸ ਦਾ ਅਹਿਸਾਸ ਕਰਵਾਉਂਦਿਆਂ ਹੋਇਆਂ ਇਹ ਬਚਨ ਜਿਹੜੇ ਹਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸਾਨੂੰ ਦੱਸੇ ਗਏ। ਸ਼ੇਖ ਫਰੀਦ ਸਾਹਿਬ ਜੀ ਦਾ ਅਸੀਂ ਸ਼ਲੋਕ ਪੜ੍ਹਦੇ ਹਾਂ, ਉਸ ਵਿੱਚ ਆਖਦੇ ਨੇ, ਚਿੰਤ ਖਟੋਲਾ ਵਾਣ ਦੁੱਖ ਬਿਰਹਿ ਵਿਛਾਵਣ ਲੇਵ। ਤਿੰਨ ਚੀਜ਼ਾਂ ਦਾ ਜ਼ਿਕਰ ਕੀਤਾ, ਚਿੰਤਾ, ਚਿੰਤ ਖਟੋਲਾ, ਵਾਣ ਦੁੱਖ। ਖਟੋਲਾ ਕਹਿੰਦੇ ਨੇ ਜਿਵੇਂ ਅਸੀਂ ਕੋਈ ਮੰਜੇ ਦੀਆਂ ਬਾਹੀਆਂ ਹੋਣ, ਉਹਨੂੰ ਅਸੀਂ ਵਾਣ ਨਾਲ ਫਿਰ ਉਣਦੇ ਹਾਂ, ਉਸ ਢਾਂਚੇ ਨੂੰ ਖਟੋਲਾ ਆਖਿਆ ਜਾਂਦਾ। ਤੇ ਵਾਣ ਨਾਲ ਉਸ ਮੰਜੇ ਨੂੰ ਉਣ ਲਿਆ, ਉਹ ਬਹਿਣ ਦੇ ਸੌਣ ਦੇ ਯੋਗ ਹੋ ਗਿਆ। ਕਹਿੰਦੇ ਨੇ ਚਿੰਤਾ ਦੇ ਖਟੋਲੇ ਵਿੱਚ ਦੁੱਖ ਦੇ ਵਾਣ ਨਾਲ ਉਣਿਆ ਹੋਇਆ ਮੰਜਾ, ਚਿੰਤ ਖਟੋਲਾ ਵਾਣ ਦੁੱਖ ਬਿਰਹਿ ਵਿਛਾਵਣ ਲੇਵ, ਉਹਦੇ ਉੱਤੇ ਵਿਛੋੜੇ ਦੀ ਤੜਾਈ ਵਿਛਾ ਲਈ, ਵਿਛੋੜੇ ਦਾ ਉਸ ਉੱਤੇ ਬਿਸਤਰ ਬਣਾ ਲਿਆ। ਕਹਿੰਦੇ ਨੇ ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ। ਢੰਗ ਹੈ ਗੱਲ ਕਹਿਣ ਦਾ। ਕਹਿੰਦੇ ਲੋਕ ਇਹਨੂੰ ਆਰਾਮ ਸਮਝਦੇ ਨੇ ਕਿ ਇਹ ਆਰਾਮ ਹੈ, ਪਰ ਇਹ ਨਹੀਂ ਵੇਖ ਰਹੇ ਵੀ ਇਹ ਆਰਾਮ ਜਿਹੜਾ ਆ ਰਿਹਾ ਹੈ ਇਹ ਕਿੰਨਾ ਚੀਜ਼ਾਂ ਤੋਂ ਆ ਰਿਹਾ। ਦੁੱਖ ਚੋਂ ਕਿੰਨਾ ਕੁ ਚਿਰ ਆਰਾਮ ਲੱਭੋਗੇ, ਚਿੰਤਾ ਚੋਂ ਕਿੰਨਾ ਕੁ ਚਿਰ ਆਰਾਮ ਪਾਇਆ ਜਾ ਸਕਦਾ ਹੈ, ਔਰ ਵਿਛੋੜੇ ਦੇ ਵਿੱਚ ਕਿੰਨਾ ਕੁ ਚਿਰ ਬੰਦਾ ਜਿਹੜਾ ਹੈ ਉਹ ਆਰਾਮ ਤੇ ਸਕੂਨ ਦੀ ਜ਼ਿੰਦਗੀ ਹੰਢਾ ਸਕਦਾ ਹੈ। ਕਹਿੰਦੇ ਜਿਹੜੀ ਸੇਜ, ਜਿਹੜਾ ਸਟੈਂਡਰਡ ਮਨੁੱਖ ਨੇ ਆਪਣੇ ਆਰਾਮ ਦਾ ਕਾਇਮ ਕਰ ਲਿਆ ਨਾ, ਇਹਦੇ ਵਿੱਚ ਦੁੱਖ ਹੈ, ਇਹਦੇ ਵਿੱਚ ਚਿੰਤਾ ਹੈ, ਇਸ ਵਿੱਚ ਵਿਛੋੜਾ ਹੈ। ਇਹ ਤਿੰਨੇ ਚੀਜ਼ਾਂ ਰਲ ਕੇ ਇਸ ਨੂੰ ਵਕਤੀ ਆਰਾਮ ਤੇ ਦੇ ਦਿੰਦੀਆਂ ਨੇ, ਪਰ ਤਕਲੀਫ ਬਹੁਤ ਲੰਬੀ ਦਿੰਦੀਆਂ ਨੇ, ਦੁੱਖ ਬਹੁਤ ਲੰਮੇਰਾ ਹੋ ਜਾਂਦਾ ਹੈ।
हे सच्चे साहिब वेख साडी जिंदगी किहो जही है। असी चिंता विच हां, असी दुख विच हां, असी तेरे विछोड़े दे सल नूं हर वेले सहिंदे हां। ये है साडा जीवना, ये है साडी आरामगाह, ये है साडे आराम दा बिस्तर, ये है साडे जीवन दा पद्धर जिस उत्ते असी खलोते होए हां। इन्हां तिन्नां चीज़ां ने सानू घेरिया होया है। इसे वास्ते फरीद साहब जी बाणी विच आखदे ने, बिरहा बिरहा आखी है बिरहा तू सुल्तान। ये विछोड़े तू सुल्तान है, तेरी पदवी बहुत ऊंची है। क्यों? क्योंकि जित तन बिरह ना उपजै सो तन जान मसान। जिस शरीर जीवन विच विछोड़े दा एहसास ना होवे वो मिलाप वास्ते यतन भी नहीं करता। तो जिथे है उत्थे खलोता रहेगा, कोशिश कोई नहीं करेगा, यतन नहीं करेगा। जदों विछोड़े का एहसास पैदा हो जाए कि मैं विछड़िया होया हाँ, उदों ही यतन होना शुरू होंदा है। असी रोगी होइए, भुख लगे, बर्दाश्त ना होवे तो फिर ही असी रसोई वाले पासे, किचन वाले पासे जाते हैं, रोटी लभदे हैं, खाण पीण नूं कुछ ना कुछ। भाव जिहड़ी चीज़ सानू महसूस हुंदी है फिर असी वो घाट पूरी करन वास्ते कोशिश दे विच लग जाने हैं। इसे तरह आखते ने विछोड़े का एहसास, विछोड़े का दुख तकलीफ अंदर ना पैदा होवे, वो महसूस ना करे, मनुख उसका एहसास ना करे, तो मिलाप वास्ते कोशिश ही नहीं करेगा। इस वास्ते तू महान है जिहड़ा बंदियां नूं इस पासे तोर देना। तेरी पदवी बहुत उची है, तेरे एहसास सदका ही बंदा उहदे मिलाप वास्ते कोशिश ते यतन विच लगदा है। इस वास्ते गरीब नवाज बख्शिश करदिआं कहंदे ने, वो जिहड़ा फर्क सी, वो जिहड़ा भेद बनिया होया सी, विथ बनी हुई सी, उहनूं मैं खत्म करके उहदे नाल मिलाप कर लिया। कहंदे अब भौ भान। भौ दा अर्थ है इस जगह दे उत्ते दुबदा डर, दुनिया दे जिहड़े सहम ने, जिहड़े दुनिया दे डर सन मेरे अंदर, झिझक सी। रब वाले पासे तुरन विच जिहड़ी झिझक सी ना मेरे अंदर, मैनूं रोकदी सी भी छड्डो परां, लोक की कहणगे, लोक की आखणगे। ये जिहड़ी संसार दी संग, संसार दी शर्म, झूठी शर्म मारदी सी, संसार दी जिहड़ी झिझक मेरे अंदर पैदा हो गई, जिसने मैनूं तेरे वाले पासे आउण तो रोकी रखिया, वो हुण मैं अंदरों भन्न दित्ती, कढ दित्ती। आप भौ भान, ये एक रुकावट है जिसका जिक्र कबीर साहब अपनी बाणी विच करदे ने, संग दा, झिझक दा। वैसे गुरु ग्रंथ साहब महाराज ये भी कहंदे ने भी मनुख जदों कोई ऐसा कर्म करना होवे जिहड़ा माड़ा होवे, जिसनूं असीं कहंदे आ भी ये औगणा भरिया काम है, बुराई भरिया काम है, मंदा कर्म है, उहदे तो बहुत घट संग करेगा। जिहड़ी चीज़ सुभाਅ च है ना, उहदे तो संग नहीं करेगा, क्योंकि सानूं लगदा सारे ही कर रहे ने, सारे ही कर रहे ने, असीं भी करिए। जदों कोई चंगा जां नेक काम करन वाले पासे पैर पुट्टना होवे ते सब तो पहलां बंदे दे अंदर झिझक पैदा हुंदी है। हाँ ना दी अवस्था विच हो रहिंदा है कि करां कि ना करां, लोक की कहणगे, जानी कि कई चीज़ां नूं तोलदा वेखदा है। लोक की आखणगे, जे मैं ये काम कर लवां ते फिर इस तरह किवें होएगा। ये ऐसियां गिणतियां मिणतियां विचों पै जांदा है। ते कई बार जिहड़ा अंदर ख्याल बनिया हुंदा है ना, फिर हौली 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 लोक की कहणगे, इहदी सट वजदी है, मन च झिझक आउंदी है, छड्डो परां की फायदा होएगा, ये सट वजदी है, संग आउण लगदी है। इन्हां चीज़ां दे नाल फिर अंदर दा ख्याल टुटना शुरू हो जाता है। यानी कि जिहड़ी अंदर तांग पैदा हुई ना चंगा काम करन वास्ते, वो मिटनी भी नालों नाल शुरू हो गई, वो खत्म होनी शुरू हो गई। तो ख्याल चंगा आया सी पर प्रैक्टिकल ना हो सकिया, ਉਹਦੀ कमाई ना हो सकी, क्योंकि कमाई करने वाले पासे तुरन तो पहला झिझक ने, संग ने आके घेरा पाया, लोक लाज ने घेरा पाया, और वो चंगा ख्याल उत्थे ही मलिया मेट हो गया। जदों कोई बुरा ख्याल मन में संकल्प पैदा होया, उदों बंदे ने आख्या कोई नहीं, लोक के कर लवांगे, केड़ा कोई देखदा है, जे कोई देखेगा वेखी जाएगी। चार बंदे मेरे मगन, जानी कि उन्हें सपोर्ट मिल गई, उन्होंने आसरा मिल गया। वो बुरा ख्याल जिहड़ा सी वो छेती प्रैक्टिकल हो गया, क्योंकि ਉਹਦੇ ਲਈ ਤਾਂ जोड़ तोड़ कर, क्योंकि अंदर चाहुंदा सी ना भी बुरा काम होए। एक उदाहरण दिना, कुछ बंदियां दी, केवल एक उदाहरण मात्र है, कुछ बंदियां दी ये दलील हुंदी है भी मैं तां शराब छड्ड दित्ती सी,
मैनू फलाने बंदे ने कहा तो पीनी पै गई, मजबूरी च पियाई उन्हें। ठीक है, किसी को मजबूर करना भी माड़ी गल है, पर मुआफ करना, जे सानू कोई जहर पीने लिए मजबूर करेगा तो असी मजबूरी च पी लवांगे। ਇਹਦਾ मतलब ਤੁਸੀਂ ਰੈਡੀ ਹੋ ਕਿਤੇ ਨਾ ਕਿਤੇ, ਤੁਸੀਂ ਤਿਆਰ ਹੋ ਅੰਦਰੋਂ ਵੀ ਸਾਨੂੰ ਕੋਈ ਆਖੇ, ਕੋਈ ਬਾਹਰੋਂ ਸਿਚੁਏਸ਼ਨ ਬਣੇ, ਤੁਹਾਡਾ ਅੰਤਰ-ਆਤਮੇ ਨੇ ਜਵਾਬ ਨਹੀਂ ਦਿੱਤਾ ਵੀ ਨਾ ਇਹ ਕੰਮ ਨਹੀਂ ਕਰਨਾ, ਤੁਹਾਡਾ ਅੰਤਰ-ਆਤਮਾ ਹਾਮੀ ਭਰਦਾ ਰਿਹਾ ਵੀ ਕੋਈ ਗੱਲ ਨਹੀਂ, ਜੇ ਕਿਸੇ ਨੇ ਕਿਹਾ ਤੇ ਪੀ ਵੀ ਲਵਾਂਗੇ। ਜਾਨੀ ਕਿ ਤੁਸੀਂ ਪੋਸੀਬਿਲਿਟੀ ਰੱਖੀ, ਤੁਸੀਂ ਆਪਣੇ ਅੰਦਰ ਸੰਭਾਵਨਾ ਬਣਾ ਕੇ ਰੱਖੀ, ਆਪਣੇ ਆਪ ਨੂੰ ਥੋੜਾ ਬਹੁਤ ਤਿਆਰ ਕਰਕੇ ਰੱਖਿਆ ਵੀ ਜੇ ਕਿਸੇ ਨੇ ਪੁੱਛ ਲਿਆ, 2-4 ਵਾਰ ਆਖਿਆ ਤੇ ਆਪਾਂ ਪੀ ਲੈਣੀ। ਇਹਦਾ ਮਤਲਬ ਤੁਸੀਂ ਵੀ ਅੰਦਰੋਂ ਤਿਆਰ ਸੀ, ਕੱਲਾ ਦੂਸਰੇ ਨੂੰ ਦੋਸ਼ ਨਾ ਦੇਵੋ। ਤੁਹਾਡੀ ਕਚਿਆਈ ਕਰਕੇ ਸਾਰਾ ਕੁਝ ਵਾਪਰਿਆ, ਤੁਹਾਡੇ ਅੰਦਰੋਂ ਕਮਜ਼ੋਰ ਹੋਣ ਕਰਕੇ ਸਾਰਾ ਕੁਝ ਵਾਪਰਿਆ। इसका भाव यह है भी जदों असी अंदरों हामी भरते हैं ना, साडा अंतरात्मा जो चाहता होंदा है, साडा मन जदों बाहरों माहौल बन जाए तो बड़ी छेती काम हो जाता है, क्योंकि असी तैयार हाँ, बाहरों माहौल बन गया, बहाना बन गया, असी भी साडे मन ने हामी भरी भी, ठीक है, हो गया। इस तरह जदों कोई मंदा ख्याल जीवन दे विच आया, उस मंदे ख्याल नूं पूरिया करन वास्ते बाहरों माड़ा जिहा माहौल बन गया, असी उस वेले उहदा प्रैक्टिकल कर लिया। पर चंगे ख्याल बहुत इस तरह किरदे रहिंदे ने, अंदर टुटदे रहिंदे ने, पैदा हुंदे ने, चंगी भावना भी बंदे अंदर आउंदी है, पर फिर लम्मी उलझना विच पै जांदा है, गिणतियां मिणतियां करदा है, लोक लाज वेखदा है, संग झिझक कई तरह दे इस तरह दीयां गल्लां उहनूं जदों घेरनियां शुरू करदियां ने तां वो चंगा ख्याल अंदर ही दब के रह जांदा, मिट जांदा, उहदा प्रैक्टिकल नहीं हो पाउंदा। तो जिन्ना चिर उस गल का प्रैक्टिकल नहीं होएगा, वो गल कमाई नहीं जाएगी, वो काम कीता नहीं जाएगा, उन्ना चिर सुभाव नहीं बनेगा, तो जिन्ना चिर सुभाव ना बनिया किरदार नहीं बनना। ये प्रॉब्लम है मनुख के जीवन की। ताई गुरु अर्जन साहब जी का वचन, इन्हें विलंब धर्मं विलंब पापम दृढ़ंत नामं त्यजंत लोभम शरण संतं किल विघ्नासं प्राप्तं धर्म लक्षण। कहते कहण नूं तां सारी संसार के लोग कहणगे मैं धर्म नूं मनदा, मैं धर्मी हाँ, मैं फलाने धर्म। गुरु ने कहा असल च तुसीं धर्म के लक्षण समझना चाहते हो तो सुनो। नेक विचार आए तो ओदी गिणती मिणती विच ना पवे, कर छड्डे बंदा। नेक ख्याल आया मन विच, काम कर दो। बुरा ख्याल आया तो गिणती मिणती करो, पुछो दसो, आले दुआले सलाह लो भी इहदा की नतीजा। अपने मन नूं इस ढंग दे उस ख्याल नूं केरन की कोशिश करो, वो उठे हुए बुरे ख्याल की भन्न तोड़ करने की कोशिश करो भी इत्थे ही खत्म हो जाए। न विलंब धर्मं विलंब पापं, अगे क्या दृढ़ंत नामं, रब की होंद का एहसास अंदर वसा के रख, यकीन रख उहदे उत्ते। त्यजंत लोभं, स्वार्थ नूं ताज अंदरों छड़ दे। और कहते ने शरण संतं किल विघ्नासं, सत संगत की शरण आके चंगे कामां दा इस जगह ते अभ्यास कर, गुरु के ज्ञान नूं दृढ़ कर। शरण संतं किल विघ्नासं, इहदे नाल की होएगा, तेरे अंदर ते भैड़े ख्याल, पाप की बिरती, मंदे संकल्प खत्म हो जाएंगे। कहते प्राप्तं धर्म लक्षण, ये लक्षण ने धर्म की प्राप्ति दे। धर्म की प्राप्ति हो गई, ये लक्षण ने। जदों इस तरह का जीवन बनना शुरू हो जाए, समझो तुसी धर्म वाले पासे नेड़े होंदे जा रहे हो। लक्षण दस देते ना, तकनीक समझा देती, जुगत दस देती भी ये है कि धर्म जीवन च पैदा हो रहा है कि नहीं हो रहा। ये निशानियां ने, ये लक्षण ने। जिथे ये चीज़ां पैदा हो रही ने, समझो तुहानूं किसी कोलों फिर सर्टिफिकेट लैण की लोड़ नहीं, तुसी खुद ही महसूस कर लोगे भी हाँ जे इस तरह हो रहा है। गुरु अर्जन साहब महाराज ने आप सानू जुगत फार्मूला दस दिता है और ये भी समझा दिता है भी आ लक्षण या निशानियां ने। तुसी अपने आप ही समझ जाओगे कि मैं किन्ने % अगे तुरिया जां नहीं तुरिया जां, कितों तक पहुंचिया, किसी कोलों पुछण की लोड़ नहीं पेगी। अज प्रॉब्लम पता की है, जदों असीं किसी कोलों पुछण की कोशिश आ भी दूसरा मैनू आके भी तू धर्मी है, असीं फिर उहदे हिसाब नाल चलण की कोशिश करते हैं। साडा सारा जोर बंदियां नूं खुश करन उत्ते लग जांदा, साडी सारी कोशिश दुनिया नूं खुश करन उत्ते लग गई। धर्म नहीं कर रहे असीं, अंदरों धर्म साडा सारा ताण जिहड़ा है, ताकत जिहड़ी है भी लोग सानूं चंगा कह देण,
कबीर साहब ने कहा ना, कबीर दुनिया के दोखे मुआ, चालत कुल की कान, तब कुल किसका लाज सी, जाबले धरे मसान। दुनिया दे दुख दुनिया वाल वेख वेख के जींदा, जो दुनिया नूं पसंद वही करेगा। ते जे तेरे आले दुआले चार बुरे होए तो इसका मतलब तू चंगा करेगा ही नहीं, क्योंकि तेरा सारा जीवन दूजिया ते डिपेंड है, निर्भर है। तो इस तरह तो गल नहीं चलेगी। खैर गुरु महाराज बख्शिश करदे होए कहंदे ने भी मैं अपने अंदर दी संग झिझक जिहड़ी है वो छड़ दित्ती। देखो असीं सारे गुरु नूं प्यार करदे हां, गुरु दा अदब भी रखदे हां, सत्कार जिन्ना भी आपां कर सकदे हां करन दी सारी कोशिश करदे हां। पर सही मायनिਆਂ ਦੇ ਵਿੱਚ ਅਸੀਂ ਆਪਣੇ ਅੰਤਰਾਤਮੇ ਚ ਝਾਤ ਮਾਰ ਕੇ ਵੇਖੀਏ, ਸਾਡੇ ਅੰਦਰ ਗੁਰੂ ਦੀ ਗੱਲ ਮੰਨਣ ਤੇ ਸੁਣਨ ਤੇ ਕਹਿਣ ਤੇ ਸਮਝਣ ਵਾਸਤੇ ਝਿਜਕ ਬਹੁਤ ਵੱਡੇ ਪੱਧਰ ਉੱਤੇ ਕਿ ਸਾਡੀ ਮਾਨਸਿਕ ਬਿਰਤੀ ਵਿੱਚ ਗੱਲਾਂ ਆ ਗਈਆਂ ਨੇ। ਹਾਲਾਂਕਿ ਗੁਰੂ ਪਾਤਸ਼ਾਹ ਨੇ ਬਾਣੀ ਚ ਕਿਹਾ ਸਾਧ ਸੰਗ ਜਪ ਨਿਸੰਗ ਮਨ ਨਿਧਾਨ ਧਾਰੇ। ਨਿਸੰਗ ਦਾ ਅਰਥ ਹੁੰਦਾ ਵੀ ਸੰਗ ਲਾ ਦੇ, संग ना तू किहड़ा कोई बुरा कर रहे। संग उदों आवे जदों बंदा पाप करता है, कोई गुनाह करता है, मंदा कर्म करता है, उदों संग नहीं आउंदी। पर चंगे काम वास्ते जदों संग ते दुनिया दी लोक लाज ते दुनिया दी झिझक घेरा पा लवे, समझ प्रॉब्लम है, तेरे अंदर कोई कमी है, कमजोरी है। तो जिवें मैं अगे भी ये बेनती की भी असीं जदों फतेह बुलाउण लगांगे, मान लो असीं अपने घर जाके ही फतेह बुलाउण, सानूं किन्नी संग आएगी, झिझक जी आएगी, कदे बुलाई नहीं ना। घर दे की कहणगे, ये की सिख के आ गया, कोई हसेगा साडे वल वेख के, रिश्तेदार की कहणगे, दोस्त मित्र। तुसीं वेखो जिहड़ा शब्द असीं पहिलों वरतों विच लिआउने एक दूजे नूं मिलण लगे, उहदे तो कदी संग आई, उहदे तो कदी शर्म आई, ਉਹਦੇ ਤੋਂ ਕਦੇ ਝਿਜਕ ਆਈ ਨਹੀਂ ਆਈ, ਕਿਉਂਕਿ ਪੈਟਰਨ ਜਿਹਾ ਬਣ ਗਿਆ। ਪਰ ਜਦੋਂ ਤੁਸੀਂ ਫਤਿਹ ਬੁਲਾਉਣ, ਜਿਹੜਾ ਕਿ ਸਿੱਖ ਨੂੰ ਗੁਰੂ ਪਾਤਸ਼ਾਹ ਨੇ ਇਹ ਜੁਗਤ ਦਿੱਤੀ ਹੈ ਵੀ ਆਗੇ ਆਵਤ ਸਿੰਘ ਜੋ ਪਾਵੇ ਵਾਹਿਗੁਰੂ ਜੀ ਕੀ ਫਤਿਹ ਬੁਲਾ, ਵੀ ਅਸੀਂ ਸਿੱਖ ਨੂੰ ਜਦੋਂ ਮਿਲਦਾ ਅਕਾਲ ਪੁਰਖ ਨੂੰ ਯਾਦ ਕਰਦੇ ਹਾਂ, ਅਸੀਂ ਫਤਿਹ ਸਾਂਝੀ ਕਰਦੇ ਹਾਂ। ਤਾਂ ਉੱਥੇ ਸੰਗ ਆਏਗੀ। ਅਸੀਂ ਬੈਠੇ ਹੋਏ ਘੰਟਿਆਂ ਬੱਧੀ ਅਸੀਂ ਦੁਨੀਆ ਦੀਆਂ ਬਾਕੀ ਗੱਲਾਂ ਕਰਦੇ ਰਵਾਂਗੇ। ਜੇ ਸਾਨੂੰ ਬਾਣੀ ਦੀ ਇੱਕ ਗੱਲ ਪਤਾ ਹੈ, अपने गुरु दे जीवन दी कोई गल पता है, अपने महान बुजुर्ग दे किसे जीवन दी अदुੱਤੀ घटना दा सानू पता है, उहदी गल करन लग्या सानू झिझक आएगी। तुसीं वेखना अपने बच्चिਆਂ नाल गल करदे ही असीं झिझकांगे, बाकी सारियां गल्लां असीं करांगे कौन चंगा कौन माड़ा, किहड़ा रिश्तेदार बेईमान है, किहड़े रिश्तेदार ने सानू किहड़े वेले की। ये असीं बच्चिਆਂ नाल गल करदे हां कि नहीं करदे हां ना। घरां 'च बैठे सारा टब्बर असीं सारियां दा पूरा एनालाइसिस करते हैं, सारियां दा विश्लेषण करते हैं, सारियां दियां गल्लां नूं रिड़कदे। 20-20 साल पुरानी घटना भी असीं जिहदा कोई अज मतलब ही नहीं निकलदा, वो भी असीं उहदी कहानी पा के घंटियां बद्धी घरां 'च बैठे रवांगे। पर जिहड़ी गल सानूं कोई धर्म दी पता है, गुरबाणी दी पता है, इतिहास दी पता है, वो असीं सांझी नहीं करांगे। ਅਸੀਂ ਸੁਣਦੇ ਵੀ ਹਾਂ ਬਹੁਤ ਕੁਝ, ਪੜ੍ਹਦੇ ਵੀ ਹਾਂ, ਸੁਣਾਉਂਦੇ ਵੀ ਹਾਂ, ਪਰ ਉਹ ਗੱਲ ਕਰਨ ਤੋਂ ਅਸੀਂ ਕਹਾਂਗੇ ਨਹੀਂ ਇਹ ਤਾਂ ਗੁਰਦੁਆਰੇ ਹੁੰਦੀ ਹੈ ਗੱਲ, ਇੱਥੇ ਬੱਚੇ ਕੀ ਸੋਚਣਗੇ, ਇੱਥੇ ਬਾਕੀ ਪਰਿਵਾਰ ਕੀ ਸੋਚੇ। ਉਹਦੇ ਚੋਂ ਸਵਾਦ ਨਹੀਂ ਆ ਰਿਹਾ। ਜਿਹੜੀ ਗੱਲ ਚੋਂ ਸਵਾਦ ਆ ਰਿਹਾ ਉਹ ਘੰਟਿਆਂ ਬੱਧੀ ਚੱਲ ਰਹੀ, ਜਾਨੀ ਕਿ ਝਿਜਕ ਹੈ ਕਿ ਮੈਂ ਕਿਵੇਂ ਗੱਲ ਕਰਾਂ। ਔਰ ਮੈਂ ਮੁਆਫ ਕਰਨਾ, ਇਹ ਮੈਂ ਕੋਈ ਕਿਸੇ ਐਸੀ ਭਾਵਨਾ ਦੀ ਨਹੀਂ ਕਹਿ ਰਿਹਾ। ਉਹੀ ਬੰਦੇ ਜਦੋਂ ਗੁਰਦੁਆਰੇ ਆਉਣਗੇ ਤੇ ਗੁਰਦੁਆਰੇ ਦੇ ਭਾਈਆਂ ਨੂੰ ਸਭ ਤੋਂ ਵੱਧ ਧਰਮ ਪੜਾਉਣਗੇ, ਆਪਣੇ ਘਰੇ ਗੱਲ ਨਹੀਂ ਕਰਨਗੇ। ਗੁਰਦੁਆਰੇ ਦਾ ਗ੍ਰੰਥੀ ਮਿਲ ਜਾਏ, ਪ੍ਰਚਾਰਕ ਮਿਲ ਜਾਏ, ਰਾਗੀ ਮਿਲ ਜਾਏ, ਸੇਵਾਦਾਰ ਮਿਲ ਜਾਏ, ਉਹਨੂੰ ਸਭ ਤੋਂ ਵੱਧ ਧਰਮ ਪੜਾਉਣਗੇ। ਔਰ ਆਪਣੇ ਘਰ ਕਸਮ ਖਾ ਰੱਖੀਏ ਵੀ ਬੱਚੇ ਨਾਲ ਗੱਲ ਨਹੀਂ ਕਰਨੀ ਸਿੱਖੀ। ਕਿਉਂ ਬਈ? ਉੱਥੇ ਕੀ ਸੰਗ ਹੈ ਸੀ, ਕਿਉਂਕਿ ਮਾਹੌਲ ਬਣ ਗਿਆ ਨਾ ਵੀ ਇਹ ਗੱਲਾਂ ਕੇਵਲ ਗੁਰਦੁਆਰੇ ਹੀ ਹੁੰਦੀਆਂ ਹਨ, घर विच करन दी लोड़ नहीं। ये गल जिहड़ी है केवल ते केवल उत्थे हुंदी है जिथे धार्मिक माहौल होवे, और अपने घर विच धार्मिक माहौल पैदा करन दी लोड़ नहीं। इत्थे ही खता खाधी है असीं, इत्थे ही असीं धोखा खाधा, इत्थे ही उखड़ गए आके। जिस बच्चे नूं 20 साल तक
ਛੋਟੇ ਸਾਹਿਬਜ਼ਾਦਿਆਂ ਦੀ ਗੱਲ ਹੀ ਨਹੀਂ ਪਤਾ ਲੱਗੀ, ਖਿਮਾ ਕਰਿਓ, ਉਹਨੂੰ ਕਿਵੇਂ ਪਤਾ ਲੱਗੇਗਾ ਤੁਹਾਡਾ ਕਲਚਰ ਕੀ ਕਹਿੰਦਾ ਹੈ, ਤੁਹਾਡਾ ਧਰਮ ਕੀ ਕਹਿੰਦਾ ਹੈ? ਜਿਸ ਬੱਚੇ ਨਾਲ 20 ਸਾਲ ਤੱਕ ਘਰ 'ਚ ਫਤਿਹ ਹੀ ਨਹੀਂ ਬੁਲਾਈ ਗਈ, ਉਹਨੂੰ ਕੀ ਪਤਾ ਲੱਗੇਗਾ ਵੀ ਸਿੱਖ ਰਵਾਇਤਾਂ ਤੇ ਸਿੱਖ ਮਰਿਆਦਾ ਕਿਹਨੂੰ ਕਹਿੰਦੇ ਨੇ? ਮੁਸ਼ਕਲ ਇਹੀ ਹੈ ਨਾ। ਅਸੀਂ ਗੁਰਦੁਆਰੇ ਕਿੰਨਾ ਸਮਾਂ ਕੱਟਾਂਗੇ ਗੁਰਦੁਆਰੇ? 1 ਘੰਟਾ, 2 ਘੰਟੇ, 3 ਘੰਟੇ, ਉਹ ਵੀ ਜਿਹੜੇ ਨੇਮ ਮੁਤਾਬਕ ਅਸੀਂ ਆਵਾਂਗੇ। ਨਹੀਂ ਤਾਂ ਹਫ਼ਤੇ ਬਾਅਦ ਕਿਤੇ ਪ੍ਰੋਗਰਾਮ ਤੇ, ਔਰ ਬੱਚੇ ਤਾਂ ਉਦੋਂ ਵੀ ਕਈ ਵਾਰ ਨਹੀਂ ਆਉਂਦੇ, ਔਰ ਆ ਵੀ ਜਾਣ ਤੇ ਬੈਠਦੇ ਨਹੀਂ। ਤੋ ਕਿਵੇਂ ਚੱਲੇਗੀ ਅੱਗੇ ਕਹਾਣੀ? ਅਸੀਂ ਚਿੰਤਾ ਤੇ ਸਾਰੇ ਹੀ ਕਰਦੇ ਆ, ਪਰ ਕੰਮ ਕੋਈ ਨਹੀਂ ਕਰਦੇ। ਚਿੰਤਾ ਸਾਰੇ ਕਰਦੇ ਆ, ਐਵੇਂ ਹੋ ਰਿਹਾ, ਐਵੇਂ ਹੋ। ਕੀ ਕਰਨਾ ਚਾਹੀਦਾ ਇਸ ਬਾਰੇ? ਜਿਹੜੀ ਸਾਡੀ ਡਿਊਟੀ ਉਹ ਕੌਣ ਕਰੇ? ਜਿਹੜੇ ਮੇਰੇ ਫਰਜ਼ ਨੇ ਆਪਣੇ ਘਰ ਪ੍ਰਤੀ, ਆਪਣੇ ਆਪ ਪ੍ਰਤੀ, ਆਪਣੇ ਕੀ ਮੈਂ ਉਹ ਨਿਭਾਉਂਦਾ ਹਾਂ? ਦੂਸਰੇ ਨੂੰ ਤਾਂ ਅਸੀਂ ਕਹਿ ਲੈਂਦੇ ਹਾਂ ਫਲਾਣੇ ਨੇ ਐ ਕਰ ਦਿੱਤਾ, ਪਰ ਜਿਹੜੀ ਮੇਰੀ ਡਿਊਟੀ ਸੀ ਉਹ ਮੈਂ ਪੂਰੀ ਕੀਤੀ ਹੈ? ਨਹੀਂ ਕੀਤੀ। ਮੁਆਫ ਕਰਨਾ, ਅਸੀਂ ਆਪਣੇ ਫਰਜ਼ ਤੋਂ ਭੱਜ ਗਏ, ਤੋਂ ਜਿਨ੍ਹਾਂ ਦੇ ਦੂਜਿਆਂ ਦੇ ਫਰਜ਼ ਸਨ ਉਹ ਵੀ ਭੱਜ ਗਏ। ਖਲੋਤੇ ਤੇ ਅਸੀਂ ਸਾਰੇ ਇੱਕ ਹੀ ਜਗ੍ਹਾ ਵਾਂ ਵੀ ਅਸੀਂ ਵੀ ਆਪਣਾ ਫਰਜ਼ ਪੂਰਾ ਨਹੀਂ ਕੀਤਾ, ਉਹਨੇ ਵੀ ਨਹੀਂ ਕੀਤਾ। ਪਰ ਗੱਲ ਇਹ ਹੈ ਵੀ ਅਸੀਂ ਦੂਸਰੇ ਨੂੰ ਗਾਲਾਂ ਕੱਢ ਕੇ ਸੱਚੇ ਹੋਣਾ ਚਾਹੁੰਦੇ ਆ ਕਿ ਇਹਨੇ ਕੰਮ ਵਿਗਾੜਿਆ, ਇਹਨੇ ਵਿਗਾੜਿਆ। ਨਹੀਂ, ਇਹ ਅੰਦਰ ਦੀ ਝਿਜਕ ਸਾਨੂੰ ਕੱਢਣੀ ਪਏਗੀ ਆਪਣੇ ਵਿਰਸੇ, ਆਪਣੇ ਧਰਮ ਦੇ ਪ੍ਰਤੀ, ਆਪਣੇ ਗੁਰੂ ਦੀ ਬਾਣੀ ਪ੍ਰਤੀ, ਆਪਣੇ ਮਹਾਨ ਇਤਿਹਾਸ ਨੂੰ ਸਮਝਣ ਤੇ ਵਿਚਾਰਨ ਪ੍ਰਤੀ। ਜਿਹੜੀਆਂ ਝਿਜਕਾਂ ਤੇ ਸੰਗ ਲੋਕ ਲਾਜ ਨੇ ਸਾਡੇ ਮਨਾਂ ਨੂੰ ਦਬਾ ਕੇ ਰੱਖਿਆ ਹੋਇਆ ਹੈ, ਇਹ ਸਾਨੂੰ ਪਰਦੇ ਹਟਾਉਣੇ ਪੈਣਗੇ, ਤਾਂ ਅਸੀਂ ਅੱਗੇ ਵੱਧ ਸਕਾਂਗੇ। ਲੋਕ ਆਪਣੇ ਧਰਮ ਗ੍ਰੰਥ ਹੱਥਾਂ ਵਿੱਚ ਫੜ ਕੇ ਖੜੇ ਹੋਏ ਨੇ ਸੜਕਾਂ ਦੇ ਕਿਨਾਰੇ ਉੱਤੇ, ਬਿਨਾਂ ਸੱਦੇ ਤੁਹਾਡੇ ਘਰਾਂ ਵਿੱਚ ਆ ਕੇ ਤੁਹਾਨੂੰ ਆਪਣੀ ਗੱਲ ਸਮਝਾਉਣ ਵਾ। ਉਹਨਾਂ ਨੂੰ ਸੰਗ ਨਹੀਂ ਆਉਂਦੀ, ਸਾਨੂੰ ਆਪਣੇ ਘਰ 'ਚ ਹੀ ਗੱਲ ਕਰਨ ਲੱਗਿਆ ਸੰਗ ਆਉਂਦੀ ਹੈ, ਲੱਜਾ ਆਉਂਦੀ ਹੈ। ਅਸੀਂ ਲੋਕ ਲਾਜ ਦੇ ਮਾਰੇ ਜਾ ਰਹੇ ਹਾਂ, ਔਰ ਇਹ ਸਾਡੇ ਅੱਗੇ ਵਧਣ ਤੋਂ ਸਭ ਤੋਂ ਵੱਡੀ ਰੁਕਾਵਟ ਇਹ ਖੜੀ ਹੋਈ ਹੈ, ਹੋਰ ਕੋਈ ਨਹੀਂ। ਇਸ ਵਾਸਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ, ਵੇਖੋ ਲੋਕ ਬੱਚਿਆਂ ਦੇ ਸਾਹਮਣੇ ਨਾ ਡਰਿੰਕ ਖੋਲ ਕੇ ਬਹਿ ਜਾਂਦੇ ਨੇ, ਗਲਾਸ 'ਚ ਪਾ ਕੇ। ਕੋਈ ਸੰਗ ਨਹੀਂ ਆਉਂਦੀ ਕਿ ਛੋਟਾ ਬੱਚਾ ਇਹਦੇ ਸਾਹਮਣੇ ਡਰਿੰਕ ਕਰ ਰਹੇ ਹਾਂ ਅਸੀਂ, ਕੋਈ ਹਯਾ ਨਹੀਂ। ਕੀ ਦੱਸ ਰਹੇ ਹੋ ਤੁਸੀਂ ਉਹਨੂੰ ਇਹ ਚੰਗੀ ਚੀਜ਼ ਹੈ? ਫਿਰ ਜਦੋਂ ਬੱਚਾ ਉਸੇ ਰਾਹ ਦੇ ਉੱਤੇ ਲੱਗ ਪਵੇ ਛੋਟੀ ਉਮਰ ਵਿੱਚ, ਅਸੀਂ ਅਰਦਾਸਾਂ ਕਰਾਉਣ ਭਾਈਦੇ ਹਾਂ ਜੀ, ਬੱਚੇ ਦੀ ਅਰਦਾਸ ਕਰ ਦਿਓ, ਗਲਤ ਰਾਹ ਤੇ ਪੈ ਗਿਆ। ਚੰਗੀ ਗੱਲ ਹੈ, ਤੂੰ ਅਰਦਾਸ ਕਰਨ ਆਏ ਗੁਰੂ ਦਾ ਆਸਰਾ, ਪਰ ਜੇ ਤੂੰ ਉਹ ਗਲਾਸੀ ਨਾ ਉੱਥੇ ਰੱਖੀ ਹੁੰਦੀ, ਨਾ ਤੂੰ ਇਹ ਉਸ ਜਗ੍ਹਾ ਦੇ ਉੱਤੇ ਇਹ ਸਾਰਾ ਪ੍ਰਪੰਚ ਰਚਿਆ ਹੁੰਦਾ, ਤੇ ਕਿੰਨਾ ਚੰਗਾ ਹੁੰਦਾ। ਬੀਜੇ ਵੇਖ ਮੰਗਿਆ ਅੰਮ੍ਰਿਤ। ਤੂੰ ਸਮਝੇ ਵੀ ਇਹ ਚੰਗੀ ਹੈ, ਤੇ ਤੇਰੇ ਬੱਚੇ ਨੇ ਸਮਝ ਲਿਆ ਵੀ ਚੰਗੀ ਹੈ, ਤੇ ਤਕਲੀਫ ਕਿਉਂ ਹੁੰਦੀ ਹੈ? ਤੂੰ ਵੀ ਸਾਰੀ ਉਮਰ ਮੰਨਿਆ ਹੀ ਹੈ ਵੀ ਇਹ ਚੰਗੀ ਚੀਜ਼ ਹੈ, ਇਹੋ ਹੀ ਗੱਲ ਤੇਰੇ ਬੱਚੇ ਨੇ ਮੰਨ ਲਈ ਤੇ ਤਕਲੀਫ ਹੋਈ ਕਿਉਂ ਬਈ? ਜੇ ਚੰਗੀ ਚੀਜ਼ ਹੈ ਤੇ ਫਿਰ ਸ਼ੇਅਰ ਕਰੋ, ਪ੍ਰੋਬਲਮ ਕੀ ਹੈ? ਯਾਨੀ ਕਿ ਮੈਂ ਜੋ ਕਰਮ ਕਰਦਾ ਉਹ ਸਹੀ ਹੈ, ਤੇ ਦੂਜਾ ਜਿਹੜਾ ਕਰੇਗਾ ਉਹ ਗਲਤ ਹੈ। ਇਸ ਵਾਸਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਅਗਰ ਸੰਸਾਰ ਨੂੰ ਕੁਝ ਦੇਣਾ ਹੋਵੇ ਤਾਂ ਸਭ ਤੋਂ ਪਹਿਲਾਂ ਸਾਨੂੰ ਆਪ ਵੀ ਕੁਝ ਨਾ ਕੁਝ ਉਹਦੇ ਵਿੱਚੋਂ ਮੰਨਣ ਦੀ, ਜੀਣ ਦੀ ਸਾਨੂੰ ਕੋਸ਼ਿਸ਼ ਕਰਨੀ ਪਏਗੀ। ਇਸ ਵਾਸਤੇ ਗੁਰੂ ਮਹਾਰਾਜ ਬਖਸ਼ਿਸ਼ ਕਰਦੇ ਆ, ਕਹਿੰਦੇ ਨੇ, ਮੈਂ ਅੰਦਰ ਦੀ ਸੰਗ ਲੋਕ ਲਾਜ ਝਿਜਕ ਤੋੜ ਦਿੱਤੀ ਹੈ, ਤਾਂ ਕਰਕੇ ਕੀ ਹੋਇਆ? ਭਰੋਸਾ ਆਵਾ, ਮੇਰੇ ਮਨ ਨੂੰ ਅਕਾਲ ਪੁਰਖ ਦੀ ਹੋਂਦ ਉੱਤੇ ਯਕੀਨ ਆ ਗਿਆ। ਮੇਰਾ ਵਿਸ਼ਵਾਸ, ਯਕੀਨ, ਈਮਾਨ, ਭਰੋਸਾ ਪੱਕਾ ਹੁੰਦਾ ਗਿਆ। ਔਰ ਅੱਗੇ ਜਾ ਕੇ ਕਹਿੰਦੇ ਨੇ, ਜੋ ਬਾਹਰ ਸੋ ਭੀਤਰ ਜਾਣਿਆ। ਜਿਹੜੀ ਜਿਸ ਅਕਾਲ ਪੁਰਖ ਦੀ ਹੋਂਦ ਹੁਣ ਸਾਰੇ ਪਾਸੇ ਬਾਹਰ ਵਰਤ ਰਹੀ ਹੈ ਸਾਰੀ ਕੁਦਰਤ ਵਿੱਚ, ਉਹਨੂੰ ਮੈਂ ਆਪਣੇ ਅੰਦਰੋਂ ਹੀ ਪਹਿਚਾਨਣਾ ਸ਼ੁਰੂ ਕਰ ਦਿੱਤਾ। ਉਹਦੀ ਹੋਂਦ ਨੂੰ ਆਪਣੇ ਅੰਦਰੋਂ ਹੀ ਜਾਣ ਲਿਆ ਵੀ ਸੋ ਅੰਤਰ ਸੋ ਬਾਹਰ ਅਨੰਤ। ਉਹਨੂੰ ਮੈਂ ਆਪਣੇ ਅੰਦਰੋਂ ਜਾਣਦਿਆਂ ਹੋਇਆਂ ਕਿਹਾ ਕਿ ਹੇ ਅਕਾਲ ਪੁਰਖ ਵਾਹਿਗੁਰੂ, ਘਰ ਬਾਹਰ ਤੇਰਾ ਪ੍ਰਵਾਸਾ, ਤੂੰ ਜਨ ਕੈ ਹੈ ਸੰਗ, ਤੂੰ ਤੇ ਸਦਾ ਹੀ ਮੇਰੇ ਨਾਲ ਹੈ, ਤੂੰ ਸਦਾ ਹੀ ਮੇਰਾ ਸੰਗੀ ਹੈ। ਨੇਰਾ ਨਾਹੀ ਦੂਰ, ਨਿਜ ਆਤਮੈ ਰਹਿਆ ਭਰਪੂਰ। ਇਸ ਵਾਸਤੇ ਪਾਤਸ਼ਾਹ ਕਹਿੰਦੇ ਨੇ, ਭਇਆ ਭੇਦ। ਹੁਣ ਮੈਨੂੰ ਰਮਜ਼ ਸਮਝ ਵਿੱਚ, ਭੇਦ, ਇੱਥੇ ਭੇਦ ਦਾ ਅਰਥ ਫਰਕ ਨਹੀਂ, ਇੱਥੇ ਭੇਦ ਦਾ ਅਰਥ ਹੈ ਰਮਜ਼। ਮੈਨੂੰ ਹੁਣ ਗੁੱਝੀ ਗੱਲ, ਇਹ ਭੇਦ ਦੀ ਗੱਲ, ਇਹ ਰਮਜ਼ ਦੀ ਗੱਲ
ਸਮਝ ਵਿੱਚ ਆ ਗਈ। ਭਇਆ ਭੇਦ, ਹੁਣ ਮੈਨੂੰ ਰਮਜ ਸਮਝ ਵਿੱਚ ਆ ਗਈ ਹੈ ਕਿ ਉਹ ਤਾਂ ਮੇਰੇ ਅੰਦਰ ਹੀ। ਇਹ ਭੇਦ ਕਿਹਨੇ ਸਮਝਾਇਆ? ਕਬੀਰ ਸਾਹਿਬ ਜੀ ਨੇ ਇਸੇ ਬਾਣੀ ਦੇ ਪਹਿਲੀਆਂ ਪੰਕਤੀਆਂ ਵਿੱਚ ਇਹ ਬਚਨ ਕਿਹਾ, ਅੱਲਾਹ ਲਹੋਂ ਤਾਂ ਕਿਆ ਕਹੂੰ, ਕਹੂੰ ਤਾਂ ਕੋ ਪੁਕਾਰ। ਇੱਕ ਜਗ੍ਹਾ ਤੇ ਕਿਹਾ, ਅੱਲਾਹ ਲਹੰਤਾ ਭੇਦ ਛੈ, ਕਸ਼ ਕਸ਼ ਪਾਇਓ ਭੇਦ। ਕਹਿੰਦੇ ਜਦੋਂ ਮੈਂ ਗੁਰੂ ਦੇ ਬਚਨ ਰਾਹੀਂ ਥੋੜੀ ਥੋੜੀ ਰਮਜ਼ ਸਮਝਣੀ ਸ਼ੁਰੂ ਕਰ ਦਿੱਤੀ ਨਾ, ਭੇਦ ਦੀ ਗੱਲ ਜਿਹੜੀ ਗੁਰੂ ਸਮਝਾਉਂਦੇ ਸਨ, ਗੁਰੂ ਪਾਤਸ਼ਾਹ ਦੀ ਉਹ ਗੱਲ ਨੂੰ ਸਮਝਦਿਆਂ ਸਮਝਦਿਆਂ ਅੰਦਰ ਦੀ ਦੁਬਦਾ ਨਾਸ਼ ਹੋ ਗਈ ਤੇ ਆਪਣੇ ਅੰਦਰੋਂ ਹੀ ਉਸ ਅਭੰਗ ਤੇ ਅਛੇਦ ਕਰਤੇ ਨੂੰ ਪ੍ਰਾਪਤ ਕਰ ਲਿਆ। ਤੋ ਬਾਣੀ ਵਿੱਚ ਇਸ ਬਾਰੇ ਸਤਿਗੁਰੂ ਜੀ ਕਹਿੰਦੇ ਨੇ, ਪੰਡਿਤ ਪੜ੍ਹੈ ਵਖਾਣੈ ਵੇਦ, ਅੰਤਰ ਵਸਤ ਨਾ ਜਾਣੈ ਭੇਦ। ਕਹਿੰਦੇ ਨੇ ਅਸੀਂ ਬਾਹਰੋਂ ਵਿਦਵਾਨ ਜਨ, ਧਰਮ ਦੀ ਕਥਾ ਕਰਨ ਵਾਲੇ, ਧਰਮ ਗ੍ਰੰਥਾਂ ਦੀ ਸਿੱਖਿਆ ਦੇਣ ਵਾਲੇ, ਉਹ ਵੀ ਬਹੁਤੀਆਂ ਗੱਲਾਂ ਸੰਸਾਰ ਨੂੰ ਦੱਸਣ ਉੱਤੇ ਜ਼ੋਰ ਲਾ ਗਏ। ਸਾਡੀ ਗੱਲ ਹੋ ਰਹੀ ਹੈ। ਕਹਿੰਦੇ ਨੇ ਅੰਤਰ ਵਸਤ, ਉਹ ਵੀ ਦੱਸਦੇ ਰਹੇ ਲੋਕਾਂ ਨੂੰ, ਤੀਰਥ ਤੇ ਜਾਓ ਤੁਹਾਨੂੰ ਰੱਬ ਖੁਸ਼ ਹੋ ਕੇ ਮਿਲੇਗਾ, ਫਲਾਨੀ ਜਗ੍ਹਾ ਜਾਓ, ਉੱਥੇ ਜਾਓ। ਜੁਗਤਾਂ ਬਹੁਤ ਦੱਸ, ਤੁਸੀਂ ਕਿਸੇ ਨੂੰ ਪੁੱਛੋ ਜੁਗਤ ਕੀ ਹੈ, ਕੀ ਕਰੀਏ, ਤੋ ਸਾਰੇ ਬਾਹਰ ਦੀਆਂ ਜੁਗਤਾਂ ਦੱਸ ਦੇਣਗੇ। ਆਹ ਕਰ ਲਓ, ਉਹ ਕਰ ਲਓ, ਐਵੇਂ ਕਰ ਲਓ, ਉਵੇਂ ਕਰ ਲਓ। ਕਰਨ ਵਾਲੇ ਵੀ ਖੁਸ਼ ਤਾਂ ਹੀ ਹੁੰਦੇ ਨੇ ਜਿੰਨਾ ਚਿਰ ਤੁਸੀਂ, ਖਿਮਾ ਕਰਨਾ ਮੈਂ ਇੱਕ ਉਦਾਹਰਨ ਦਿੰਦਾ, ਜੇ ਤੁਸੀਂ ਕਿਸੇ ਨੂੰ ਕਹੋ ਨਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲਾਗੇ ਆ ਜੋਤ ਜਗਾਉਣ ਦੀ, ਨਾਰੀਅਲ ਕੁੰਭ ਰੱਖਣ, ਉਹ ਕਹਿੰਦੇ ਕੀ ਪਾਠ ਹੋਇਆ, ਯਾਨੀ ਕਿ ਭਾਰ ਚੁੱਕਣ 'ਚ ਖੁਸ਼ੀ ਮਹਿਸੂਸ ਹੁੰਦੀ ਹੈ। ਚੁੱਕਦੇ ਰਹੇ ਆ ਨਾ। ਹੁਣ ਜੇ ਕੋਈ ਆ ਕੇ ਵੀ ਲਾ ਦਿਓ ਇਹਨੂੰ, ਕੱਲਾ ਪਾਠ ਕਰੋ ਤੇ ਸੁਣੋ, ਲੋਕ ਕਹਿਣਗੇ ਲੈ ਇਹ ਵੀ ਕੋਈ ਅਖੰਡ ਪਾਠ। ਜਿਹੜਾ ਬਹੁਤ ਲੰਬੀ ਲਿਸਟ ਸਾਡੇ ਹੱਥ 'ਚ ਦੇ ਦੇਵੇ ਨਾ ਵੀ ਆਹ ਵੀ ਲੈ ਆਓ, ਆਹ ਵੀ ਕਰ ਦਿਓ, ਆਹ ਵੀ ਕਰ ਦਿਓ, ਸਾਨੂੰ ਲੱਗਦਾ ਕੋਈ ਬੜੀ ਡੂੰਘੀ ਰਮਜ਼ ਹੈ ਇਹਦੇ 'ਚ, ਬਹੁਤ ਵੱਡੀ ਮਰਿਆਦਾ ਹੈ। ਸਾਨੂੰ ਭਾਰ ਚੁੱਕ ਕੇ ਖੁਸ਼ੀ ਮਹਿਸੂਸ ਹੋਣ ਲੱਗ ਪਈ, ਕਿਉਂਕਿ ਇਹ ਸਾਨੂੰ ਚੁਕਾਇਆ ਗਿਆ, ਇਹ ਸਾਨੂੰ ਚੁਕਾਇਆ ਗਿਆ ਹੈ। ਇਹ ਭਾਰ ਦੇ ਵਿੱਚ ਉਲਝਾ ਕੇ ਹੀ ਸਾਡੇ ਅੰਤਰ ਆਤਮੇ ਨੂੰ ਕਰਮਕਾਂਡੀ ਬਣਾਇਆ ਗਿਆ, ਇਸ ਪਾਸੇ ਲੈ ਆਂਦਾ ਗਿਆ। ਹੁਣ ਜੇ ਕੋਈ ਆਖੇਗਾ ਵੀ ਰਹਿਣ ਦਿਓ, ਤਾਂ ਉਹ ਚੰਗਾ ਕਿਵੇਂ ਲੱਗੇਗਾ? ਚੰਗਾ ਨਹੀਂ ਲੱਗੇਗਾ। ਇਸੇ ਕਰਕੇ ਹੀ ਮੁਆਫ ਕਰਨਾ। ਧਾਰਮਿਕ ਲੋਕਾਂ ਚੋਂ ਜਿਨ੍ਹਾਂ ਨੂੰ ਪਤਾ ਵੀ ਹੈ ਨਾ ਇਸ ਗੱਲ ਦਾ, ਇਸ ਰਮਜ਼ ਦਾ, ਉਹ ਵੀ ਉਲਝਣਾ ਨਹੀਂ ਚਾਹੁੰਦੇ ਲੋਕਾਂ ਨਾਲ। ਉਹ ਵੀ ਕਹਿੰਦੇ ਨੇ ਰਹਿਣ ਦਿਓ, ਜੇ ਲੋਕ ਖੁਸ਼ ਨੇ ਭਾਰ ਚੁੱਕ ਕੇ, ਤੇ ਸਾਨੂੰ ਕੀ ਲੋੜ ਹੈ ਬੁਰੇ ਬਣਨ ਦੀ, ਚੁੱਕੀ ਰਹਿਣ ਦਿਓ। ਉਹਨਾਂ ਨੂੰ ਲੱਗਦਾ ਵੀ ਰਿਸਕ ਹੈ ਇਸ ਗੱਲ, ਲੋਕ ਨਾਰਾਜ਼ ਹੋਣਗੇ, ਲੋਕ ਪੈਸਾ ਨਹੀਂ ਦੇਣਗੇ, ਲੋਕਾਂ ਨੇ ਸਿੱਧੇ ਮੂੰਹ ਗੱਲ ਨਹੀਂ ਕਰਨੀ, ਤੇ ਅਸੀਂ ਇਹ ਸੱਚ ਸੁਣਾ ਕੇ ਲੋਕਾਂ ਕੋਲੋਂ ਲੈਣਾ ਕੀ ਹੈ? ਚੁੱਕਦੇ ਨੇ ਤੇ ਚੁੱਕ ਲੈਣ ਦਿਓ। ਇਹ ਫਰਕ ਹੈ। ਕਿਉਂਕਿ ਸਾਡੀ ਆਦਤ ਵੇਖ ਕੇ ਫਿਰ ਸਾਡੇ ਇਸ ਖਿਜ ਤੋਂ ਡਰਦਿਆਂ ਹੋਇਆਂ ਹੀ ਅਸੀਂ ਟਾਲਾ ਵੱਟ ਜਾਂਦੇ ਹਾਂ ਵੀ ਛੱਡੋ ਪਰ ਸਵਾਲ ਇਸ ਜਗ੍ਹਾ ਤੇ ਹੈ, ਗੁਰੂ ਨਾਨਕ ਦੇ ਨਿਰਮਲ, ਨਿਰਾਲੇ ਤੇ ਅਨੂਪਮ ਵਿਚਾਰਧਾਰਾ ਨੂੰ ਕੀ ਅਸੀਂ ਕਰਮ ਕਾਂਡਾਂ ਦੀ ਦਲਦਲ ਵਿੱਚ ਲਬੇੜਨਾ, ਕਿ ਜਾਂ ਇਸ ਦੀ ਵੱਖਰੀ ਸ਼ਾਨ ਨੂੰ ਕਾਇਮ ਰੱਖਦਿਆਂ ਅਸੀਂ ਗੁਰਮਤ ਨੂੰ ਜੀਣਾ ਹੈ? ਪ੍ਰਸ਼ਨ ਇਹ ਹੈ, ਸਵਾਲ ਇਹ ਹੈ। ਜੇ ਕਿਸੇ ਬੌੜੀ ਚ ਨਹਾਤਿਆਂ 84 ਕੱਟੀ ਜਾਂਦੀ ਹੈ, ਮੁਆਫ ਕਰਨਾ, ਫਿਰ ਬਾਣੀ ਪੜ੍ਹਨ ਤੇ ਕਮਾਉਣ ਦੀ ਤਾਂ ਲੋੜ ਹੀ ਮੁੱਕ ਗਈ ਨਾ। ਫਿਰ ਤਾਂ ਗੁਰੂ ਦੇ ਬਚਨ ਨੂੰ ਸਮਝਣਾ, ਅੰਦਰੋਂ ਰੱਬ ਦੀ ਹੋਣ ਦਾ ਅਹਿਸਾਸ ਕਰਨਾ, ਭਲਾ ਕਰਨਾ, ਚੰਗੇ ਕੰਮ ਕਰਨਾ, ਜੋ ਜੋ ਜੁਗਤ ਬਾਣੀ ਨੇ ਦਿੱਤਾ, ਉਹਦੀ ਕੋਈ ਲੋੜ ਹੀ ਨਹੀਂ। ਤੁਸੀਂ 84 ਪਾਠ ਕਰੋ, ਗੱਲ ਮੁੱਕ ਗਈ। ਹੋਰ ਕੀ ਚਾਹੀਦਾ ਬੰਦੇ ਨੂੰ? ਸੌਖਾ ਢੰਗ ਹੋ ਗਿਆ ਨਾ। ਜੇ ਕਿਸੇ ਦੀਵਾਰ ਦੇ ਵਿੱਚ ਦੀ ਲੰਘ ਕੇ ਤੁਹਾਡਾ ਜਨਮ ਮਰਨ ਕੱਟਿਆ ਜਾਂਦਾ ਤੇ ਗੱਲ ਖਤਮ ਹੈ। ਫਿਰ ਬਾਕੀ ਸਾਰਾ ਕੁਝ ਕਾਹਦੇ ਲਈ? ਕਿਉਂ ਕਰਾਂ ਮੈਂ ਸਤਸੰਗ, ਕਿਉਂ ਛੱਡਾਂ ਮੈਂ ਨਸ਼ਾ, ਕਿਉਂ ਛੱਡਾਂ ਮੈਂ ਬੇਈਮਾਨੀ, ਕਾਹਦੇ ਵਾਸਤੇ? ਬੜਾ ਅਹਿਮ ਮੁੱਦਾ ਹੈ। ਕਿਉਂਕਿ ਪੁਜਾਰੀ ਨੇ ਆਪਣੀ ਸਹੂਲਤ ਲਈ ਬੜਾ ਕੁਝ ਐਸਾ ਪੈਦਾ ਕਰ ਲਿਆ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੋਚ ਦੇ ਬਰਖਿਲਾਫ ਖਲੋਤਾ ਹੋਇਆ। ਪਰ ਸਾਡੇ ਅੰਦਰ ਹੀ ਇਹ ਦੁਬਦਾ ਕ੍ਰੀਏਟ ਹੋ ਗਈ। ਸਵਾਲ ਇਹ ਹੈ ਕਿ ਸਿੱਖ ਦਾ ਗੁਰੂ ਕੌਣ? ਸਿੱਖ ਦਾ ਗੁਰੂ ਕੌਣ? ਗੁਰਬਾਣੀ, ਕਿ ਜਾਂ ਫਿਰ ਕਿਸੇ ਲਿਖਾਰੀ ਦੀ ਲਿਖੀ ਹੋਈ ਕੋਈ ਜੁਗਤ? ਜੇ ਤੇ ਗੁਰਬਾਣੀ ਗੁਰੂ ਹੈ ਤੇ ਫਸਟ ਰੁਤਬਾ, ਸੁਪਰੀਮ ਰੁਤਬਾ ਇਹਦਾ ਹੋਏਗਾ। ਇਹ ਤਾਂ ਇਹਦੇ ਹਿਸਾਬ ਨਾਲ ਗੱਲ ਚੱਲੇਗੀ। ਮੈਂ ਜੋ ਮਰਜ਼ੀ ਆਖਾਂ ਉਹਦਾ ਕੋਈ ਮਤਲਬ ਨਹੀਂ। ਤੇ ਜੇਕਰ ਮੈਂ ਇਹ ਮੰਨਦਾ ਵੀ ਨਹੀਂ, ਗੁਰੂ ਸਾਹਿਬ ਦੇ ਬਰਾਬਰ ਕਿਸੇ ਲਿਖਾਰੀ ਦੀ ਗੱਲ ਵੀ ਸਹੀ ਹੋ ਸਕਦੀ ਹੈ। ਇੱਕ ਬੇਨਤੀ ਹੋਰ ਕਰਾਂ, ਬਾਣੀ ਗੁਰੂ ਦੀ ਆਪਣੀ ਹੈ
ਤੇ ਬਾਕੀ ਲਿਖਤਾਂ ਜਿਹੜੀਆਂ ਨੇ ਉਹ ਸਾਡੇ ਤੁਹਾਡੇ ਵਰਗੇ ਲਿਖਾ ਰਹੇ, ਜਿਨ੍ਹਾਂ ਜਿਹਨੂੰ ਸਮਝ ਸੀ ਸੋਝੀ ਸੀ ਉਹਨੇ ਲਿਖ ਦਿੱਤੀ, ਅਸੀਂ ਉਹਨਾਂ ਨੂੰ ਫੋਲੋ ਕਰ ਲਿਆ, ਇਹਨੂੰ ਛੱਡ ਦਿੱਤਾ। ਉਹਨੂੰ ਫੋਲੋ ਕਰ ਲਿਆ, ਉਹਨੂੰ ਮੰਨ ਲਿਆ। ਜਿਹੜੀ ਸਾਧਾਰਨ ਮਨੁੱਖ ਦੀ ਲਿਖੀ ਹੋਈ ਗੱਲ ਹੈ, ਜਿਹੜੀ ਗੁਰੂ ਦੇ ਮੁਖ ਤੋਂ ਆਈ ਹੋਈ ਰੱਬੀ ਬਾਣੀ ਹੈ, ਉਸ ਉੱਤੇ ਯਕੀਨ ਘਟ ਰਿਹਾ, ਉਹਦੇ ਉੱਤੇ ਵੱਧ ਗਿਆ। ਉਲਝਣ ਇਸ ਕਰਕੇ ਖੜੀ ਹੋ ਗਈ ਹੈ ਕਿਉਂਕਿ ਇਹਦੇ ਬਾਰੇ ਸਾਨੂੰ ਜਾਣਨਾ ਚਾਹੀਦਾ ਸੀ ਵੀ ਗੁਰਬਾਣੀ ਵਿੱਚ ਕੀ ਲਿਖਿਆ ਹੈ। ਇਸ ਤੋਂ ਅਵੇਸਲੇ ਰਹਿਣ ਕਰਕੇ ਉਹ ਸੁਣੀਆਂ ਸੁਣਾਈਆਂ ਪੜ੍ਹੀਆਂ ਪੜ੍ਹਾਈਆਂ ਬਹੁਤ ਗਈਆਂ, ਇਸ ਕਰਕੇ ਉਹ ਗੱਲਾਂ ਸੱਚ ਲੱਗਣ ਲੱਗ ਪਈਆਂ। ਬਾਣੀ ਦੀ ਗੱਲ ਜਿਹੜੀ ਨਹੀਂ ਸੀ ਸੁਣੀ ਗਈ ਉਹ ਸਾਨੂੰ ਨਵੀਂ ਲੱਗਦੀ ਹੈ ਵੀ ਆਹ ਨਵੀਂ ਗੱਲ ਸੁਣ ਲਈ। ਨਵੀਂ ਨਹੀਂ ਹੈ, ਪੁਰਾਣੀ ਹੈ। ਕਥਾ ਪੁਰਾਤਨ ਇਉਂ ਸੁਣੀ ਭਗਤਨ ਕੀ ਬਾਣੀ। ਬਾਣੀ ਇਹ ਤਾਂ ਸਗੋਂ ਪੁਰਾਤਨ ਹੈ, ਉਹਨਾਂ ਲਿਖਾਰੀਆਂ ਨੇ ਬਾਅਦ ਚ ਨਵੀਂ ਲਿਖੀ ਹੈ, ਪਰ ਸਾਨੂੰ ਉਹ ਇੱਥੇ ਆ ਕੇ ਉਲਝਣ ਖੜੀ ਹੋ ਗਈ ਕਿਉਂਕਿ ਅਸੀਂ ਨਹੀਂ ਸੀ ਸੁਣੀ ਪਹਿਲਾਂ। ਮੁਸ਼ਕਲ ਇਹ ਸੀ। ਗਰੀਬ ਨਵਾਜ਼ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦਿਆਂ ਕਹਿੰਦੇ ਨੇ, ਭਇਆ ਭੇਦ, ਹੁਣ ਮੈਂ ਆਪਣੇ ਅੰਦਰੋਂ ਭੇਦ ਸਮਝ ਲਿਆ। ਕਹਿੰਦੇ ਨੇ, ਪੰਡਿਤ ਪੜ੍ਹੇ ਵਖਾਣੇ ਵੇਦ, ਅੰਤਰ ਵਸਤ ਨ ਜਾਣੇ ਭੇਦ। ਉਹ ਵਸਤੂ ਜਿਹੜੀ ਅੰਦਰ ਸੀ ਨਾ ਉਹਦਾ ਭੇਦ ਆਪ ਜਾਣਨ ਦੀ ਕੋਸ਼ਿਸ਼ ਕੀਤੀ ਤੇ ਨਾ ਹੀ ਦੂਜੇ ਨੂੰ ਦੱਸਿਆ। ਯਾਨੀ ਕਿ ਬਾਹਰਮੁਖੀ ਕਰਮਾਂ 'ਚ, ਕਰਮ ਕਾਂਡਾਂ ਦੇ ਵਿੱਚ ਆਪ ਵੀ ਫਸੇ ਰਹੇ, ਦੂਜਿਆਂ ਨੂੰ ਵੀ ਫਸਾਉਂਦੇ ਰਹੇ। ਔਰ ਬਚਨ ਕਿਹਾ, ਕਹਿੰਦੇ ਗੁਰ ਬਿਨ ਸੋਝੀ ਬੂਝ ਨਾ ਪਾਏ। ਗੁਰੂ ਤੋਂ ਬਿਨਾ ਸੋਝੀ ਨਹੀਂ ਸੀ ਹੋਣੀ ਔਰ ਨਾ ਹੀ ਹੋਈ, ਨਾ ਉਸ ਸਚਾਈ ਨੂੰ ਬੁੱਝਣ ਦੀ ਕੋਸ਼ਿਸ਼ ਕੀਤੀ ਗਈ। ਆਖਦੇ ਨੇ, ਸਾਚਾ ਰਬ ਰਹਿਆ ਪ੍ਰਭ ਸੋਈ। ਇਸ ਵਾਸਤੇ ਗਰੀਬ ਨਵਾਜ਼ ਨੇ ਬਚਨ ਕਰਦਿਆਂ ਕਿਹਾ, ਅਗਲੇ ਬੰਦ ਵਿੱਚ ਭੂਪਤ ਪਹਿਚਾਨਿਆ। ਕਹਿੰਦੇ ਸਾਰੀ ਕਾਇਨਾਤ ਦਾ ਮਾਲਕ ਮੈਂ ਪਹਿਚਾਨ ਲਿਆ ਜਦੋਂ ਗੁਰੂ ਦੇ ਰਾਹੀਂ ਮੈਂ ਆਪਣੇ ਅੰਦਰ ਦੀ ਰਮਜ਼ ਨੂੰ ਸਮਝਿਆ, ਆਪਣੇ ਜੀਵਨ ਦੇ ਭੇਤ ਨੂੰ ਜਾਣਨ ਦੀ ਕੋਸ਼ਿਸ਼ ਕਰ ਲਈ। ਮਮਾ ਮੂਲ ਗਹਿਆ ਮਨ ਮਾਨੈ। ਕਹਿੰਦੇ ਨੇ, ਮੈਂ ਆਪਣੇ ਮੂਲ ਨੂੰ, ਮੂਲ ਦਾ ਅਰਥ ਹੁੰਦਾ ਬੇਸ, ਮੇਰਾ ਮੁੱਢ ਕੀ ਹੈ, ਮੇਰੀ ਹੋਂਦ ਕਿਹੜੀ ਚੀਜ਼ ਉੱਤੇ ਖੜੀ ਹੈ, ਇਹਨੂੰ ਮੂਲ ਕਹਿੰਦੇ ਹਨ। ਤਾਈਓ ਬਾਣੀ ਨੇ ਆਖਿਆ, ਉਤਰੀ ਤੇਰੀ ਬਿਦ ਕਰ ਥਾਟੀ, ਜਾਨ ਸਤ ਕਰ ਹੋਏਗੀ ਮਾਟੀ, ਮੂਲ ਸੰਭਾਲੋ ਅਚੇਤ ਗਵਾਰਾ, ਇਤਨੇ ਕਹੋ ਤੁਮ ਕਿਆ ਕਰੋ। ਕਹਿੰਦੇ ਸਰੀਰ ਦੀ ਜਿਹੜੀ ਪੁਤਲੀ ਹੈ ਬੜੀ ਵਿਧੀ ਨਾਲ ਰੱਬ ਨੇ ਬਣਾਈ ਹੈ, ਪਰ ਇੱਕ ਗੱਲ ਸੱਚ ਜਾਣ, ਇਹ ਸਦਾ ਕਾਇਮ ਨਹੀਂ ਰਹਿਣੀ। ਤੇਰੇ ਸਾਹਮਣੇ ਵੇਖ ਕਿੰਨੇ ਸਰੀਰ ਦੇ ਪੁਤਲੇ ਟੁੱਟਦੇ ਨੇ, ਇਹ ਵੀ ਟੁੱਟਣਾ। ਜਿਹੜੀ ਬਾਕੀ ਸਾਰਿਆਂ ਤੇ ਲਾਗੂ ਤੇਰੇ ਤੇ ਵੀ ਹੋਣੀ ਹੈ। ਇਸ ਵਾਸਤੇ ਹੇ ਮੂਰਖ, ਆਪਣੇ ਜੀਵਨ ਦੇ ਮੂਲ ਨੂੰ ਪਹਿਚਾਣ। ਐਵੇਂ ਇੰਨੀ ਕੁ ਗੱਲ ਉੱਤੇ ਬਹੁਤਾ ਉਛਲੀਦਾ ਨਹੀਂ, ਹੰਕਾਰ ਵਿੱਚ ਨਹੀਂ ਆਈਦਾ। ਇੰਨੀ ਕੁ ਗੱਲ ਉੱਤੇ ਵੀ ਮੈਂ ਸੋਹਣਾ ਬਹੁਤ ਆ, ਮੇਰੇ ਕੋਲ ਗਿਆਨ ਬਹੁਤ ਹੈ, ਮੇਰੇ ਕੋਲ ਉੱਚੀ ਪਦਵੀ ਹੈ, ਇਹਨਾਂ ਨੂੰ ਖਤਮ ਹੁੰਦਿਆਂ ਬਹੁਤਾ ਟਾਈਮ ਨਹੀਂ ਲੱਗੇ, 4 ਦਿਨ ਦੀ ਖੇਡ ਹੈ। ਇਤਨੇ ਕੋ ਤੂੰ ਕਿਆ ਕਰ। ਮਨ ਨੂੰ ਸਮਝਾਉਂਦਿਆਂ ਕਿਹਾ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮੂਲ ਮਤਲਬ ਮੁੱਢ ਨੂੰ ਸਮਝ, ਤੇਰਾ ਬੇਸ ਕੀ ਹੈ, ਤੇਰੀ ਹੋਂਦ ਕਿਹੜੀ ਸੱਤਾ ਕਰਕੇ ਹੈ, ਉਸ ਮੂਲ ਨੂੰ ਆਪਣੇ ਜੀਵਨ ਵਿੱਚ ਜਾਣਨ ਦਾ ਯਤਨ ਕਰ। ਇੱਕ ਬਚਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਆਇਆ, ਇੱਕ ਵਪਾਰੀ ਆ ਜਿਹੜਾ ਵਪਾਰ ਕਰਨ ਵਾਸਤੇ ਜਾਂਦਾ ਹੈ। ਹੁਣ ਵਪਾਰੀ ਤੇ ਉਹੀ ਹੈ ਨਾ ਵੀ ਉਹ ਸੌਦਾ ਤੇ ਤਾਂ ਹੀ ਕਰੇਗਾ ਜੇ ਉਹਦੇ ਕੋਲ ਕੁਝ ਰਾਸ ਹੈ, ਰਾਸ ਪੂੰਜੀ, ਜਿਹਨੂੰ ਅਸੀਂ ਹੁਣ ਆਪਾਂ ਦੁਕਾਨ ਕਰਨੀ ਹੋਵੇ, ਸਟੋਰ ਚਲਾਉਣਾ ਹੋਵੇ, ਤੇ ਸਭ ਤੋਂ ਪਹਿਲਾਂ ਕੋਲੋਂ ਪੈਸਾ ਲਾਉਣਾ ਪਏਗਾ ਨਾ। ਤੁਸੀਂ ਜਗ੍ਹਾ ਬਣਾਓਗੇ, ਉਸ ਵਿੱਚ ਫਿਰ ਸਮਾਨ ਲਿਆ ਕੇ ਰੱਖੋਗੇ, ਫਿਰ ਉਹ ਵਿਕੇਗਾ, ਫਿਰ ਹੀ ਤੁਹਾਨੂੰ ਉਹਦੇ ਚੋਂ ਪ੍ਰੋਫਿਟ ਨਫਾ ਹੋਏਗਾ ਕਿ ਪਹਿਲੋਂ ਹੋ ਜਾਏਗਾ। ਯਾਨੀ ਕਿ ਪਹਿਲੋਂ ਸਾਡੇ ਕੋਲ ਰਾਸ ਚਾਹੀਦੀ ਹੈ ਜਿਹੜੀ ਅਸੀਂ ਖਰਚ ਕਰੀਏ ਤੇ ਫਿਰ ਉਹਨੂੰ ਅੱਗੇ ਉਹ ਚੀਜ਼ ਨਫਾ ਦੇਵੇ। ਹਮੇਸ਼ਾ ਕੋਲੋਂ ਕਿਸਾਨ ਬੀਜ ਪਾਉਂਦਾ ਜ਼ਮੀਨ 'ਚ, ਪਹਿਲੋਂ ਕੋਲੋਂ ਹੀ ਪਾਉਂਦਾ, ਫਿਰ ਉਹ ਬੀਜ ਪ੍ਰਫੁੱਲਤ ਹੁੰਦਾ, ਫਿਰ ਵੱਧਦਾ, ਫਿਰ ਵਾਧੂ ਅਨਾਜ ਘਰ ਦੇ ਵਿੱਚ ਆਉਂਦਾ, ਪਰ ਪਹਿਲੋਂ ਤਾਂ ਕੋਲੋਂ ਹੀ ਚੀਜ਼ ਲਾਉਣੀ ਪੈਂਦੀ ਹੈ ਨਾ। ਹੁਣ ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਬਾਣੀ ਵਿੱਚ ਕਹਿੰਦੇ ਨੇ, ਵਿਣ ਰਾਸੇ ਵਪਾਰੀਆ ਤੱਕੇ ਕੁੰਡਾਂ 4। ਕਹਿੰਦੇ ਨੇ ਰਾਸ ਕੋਲ ਨਹੀਂ ਸੀ ਤੇ ਵਪਾਰੀ ਬੰਦਾ ਵਪਾਰ ਕਰਨ ਚਲਿਆ ਗਿਆ। ਉਹ ਮੰਡੀਆਂ 'ਚ ਘੁੰਮਦਾ ਫਿਰਦਾ ਹੈ, ਕਦੇ ਕਿਸੇ ਮੰਡੀ ਵਿੱਚ ਜਾਂਦਾ ਹੈ, ਕਦੇ ਕਿਸੇ ਭਾਅ ਪੁੱਛਦਾ ਹੈ, ਰੇਟ ਤੈਅ ਕਰਦਾ ਹੈ, ਕਈ ਕੁਝ ਕਰਦਾ ਹੈ, ਪਰ ਜਦੋਂ ਖਰਚਣ ਦੀ ਵਾਰੀ ਆਉਂਦੀ ਜੇਬ ਖਾਲੀ ਹੈ। ਉਹ ਸਾਰੇ ਕਹਿ ਦਿੰਦੇ ਸਾਡਾ ਸਮਾਂ ਖਰਾਬ ਕਰਨਾ ਹੈ, ਜੇ ਤੇਰੇ ਕੋਲ ਪੈਸੇ ਹੀ ਨਹੀਂ ਭਾਅ ਕਾਹਨੂੰ ਪੁੱਛਦਾ। ਸਾਰਾ ਰੇਟ ਤੈਅ ਕਰ ਲੈਂਦੇ ਤੇ ਬਾਅਦ 'ਚ ਤੇਰੇ ਕੋਲੋਂ ਨਿਕਲਦਾ ਕੱਖ ਨਹੀਂ। ਪਹਿਲਾਂ ਮੂਲ ਖਰਚ, ਨਫਾ ਫੇਰ ਹੋਏਗਾ। ਪਹਿਲਾਂ ਕੋਲੋਂ ਕੁਝ ਪਾ,
महाराज बाणी च उदाहरण देंदे, कहते विण रासे वापारिया तक्के कुंडा चार, मूल ना बुझे अपना वस्त्र ही घर बार। यही हालत कहते ने मनुख दी है। मैनू सुख चाहिए है, सौदे करते हैं असीं दुनिया सुख दे सौदे करते हैं, सुख दे दो सुख दे दो। वो फिर जिथे साडे वर्गे बेईमान बैठे हुंदे ने, वो फिर की करते हैं भी दे देने उन्होंने लगता है भी बंदा सुख लई इन्ना तां करे तो ये तो फायदा लो जिन्ना तुसीं अपना कढ सकदे हो। तो की हुंदा है, सुख दे नां ते बिजनेस हुंदा है, आनंद दे नां दे उत्ते बिजनेस हुंदा है, परिवारक कलेश निबेड़न दे नां ते बिजनेस हुंदा है। वो कलेश वाली बिरती नहीं मुकेगी तो कलेश किवें मुक जाएगा? कोई वजह तो होएगी ना कलेश की, कोई रीजन तो होएगा। जो बंदे ही अपने आप को परिवार के चार जी बदलना ही नहीं चाहते, मेरे कीते हुए टूणियां नाल की फर्क पेगा? वो एक फर्क पैंदा है कि सारे अपने मन को समझा लेंदे ने भी कोई ओपरी कसर सी जिहड़ी इस बाबे ने कढ़ दिती है। ये नहीं मानते भी सारियां कसरां साडे च ने। फर्क इत्थे ही है, क्योंकि अपने आप को दोष नहीं ना देना चाहता कोई भी। इस करके जानते सारे ही हुंदे ने भी गलती सारियां दी है, सारियां दी गलती है। एक ने गलत किया, दूजे ने दो सुनाइया, तीजे ने 3 सुनाइया, चौथा बर्दाश्त ना कर सके उन्हें 4 सुनाइया। गलती तो सारियां दी सी, रल मिल के सारियां ने माहौल खराब किया सी। हुण मन्ने कौन? एक दूजे को दोष तो सारे दिंदे सन, वो दोष देण दे चक्कर च गल विगड़ती गई। इस करके सौखा काम यह है भी गुआढ़ी का नाम ला दो भी उन्होंने कोई किया होएगा, जान छुट गई ना सारियां दी। यानी कि किसी को भी अपने आप को ना सुधारन की लोड़ है ते ना अपने आप को दोष देने की लोड़ है। दोवां गल्लां तो ही खैड़ा छुट गया कि ना अपने अंदर झाती मारो तो ना कमी कढ़नी पे, गल निबड़ गई। इस करके जी थोड़े जे पैसों के नाल जे तुसीं इस केस चों बरी हुंदे हो तो होर चाहीदा की है? ते सियाणा करदा कि तुहानूं बरी करदा है, बरी करदा है ना कि तुहाडी कोई गलती नहीं, तुसीं ते बहुत चंगे हो, तुसीं ते भला करदे हो, लोग तुहाडा भला नहीं। जेड़ा भी जांदा है तकीया कलाम इहो ही है कि तुसीं लोकां दा भला सोचदे हो, तुहाडा किसे भला नहीं सोचिया। हुण इहो ही ते वहम है बंदे नूं सारी जिंदगी दा। मैनूं अपनी कोई किसे नाल कीती वधीकी याद नहीं, पर जिन्हां जिन्हां ने मेरे नाल वधीकी कीती मैनूं कल्ली कल्ली चेते है। इहो ही ते मनुख दी प्रॉब्लम है। तो इहो ही गल उन्हें कही, वो गल सानूं जच गई, क्योंकि असीं इहो ही ते सोचते हैं भी मैं चंगा करदा, कोई चंगा नहीं करदा। मुश्किल तो इहो ही है, यानी कि उन्हें साडे सुभाਅ तो उल्टी गल करनी नहीं, साडे सुभाਅ दे मुताबिक करनी। ताईं ते असीं आखांगे वेखिया साडे दिल दी बुझ गया। बुझ तो उन्हें आपे ही लैनी सी, उन्हें पता है भी बंदा सोचदा ही इवें है। इन्नी तो सियाणी गल वो करेगा ही जिन्होंने तुसीं सियाणा मन्निया है। असलों मूर्खताई की गल तो भी नहीं कर लगे हो। कुछ तो उसकी प्लैनिंग है, कुछ तो अंडरस्टैंडिंग है किसी चीज़ बारे, कुछ तो वो पढ़िया है, भावें तुहानूं मूर्ख बना के ही लुटे, पर कुछ तो जानता है वो। एवें अगला अखबारां च इश्तिहार थोड़ी देंदा, कोई तो कारण है ना उहदे पिछे। सो गुरु पातशाह की कहते हैं, दद्दै दोष न देऊं किसै, दोष कर्मा अपने जो मैं किया सो मैं पाया, दोष ना दीजै अवर जना। फिर भी ये निबड़ते नहीं, वैसे बेनती करते हैं थोड़ा जिहा वहम हुंदा है, 4 दिन निबड़दा है, फिर कोई नवां सियाणा लभदे हो नवें वहम च पाउंदा है, फिर तीजा चौथा। इस तरह जिंदगी का समा डंग जिहा टपाउंदे आ असीं भी। चलो एक अपने मन नूं धोखा जिहा दे के, पर गल निबड़ी नहीं, वो उत्थे ही खलोती है। उही माहौल, उही गल्लां, उही सारा कुछ बदलवें रूप में नवे ढंग नाल हो जाता है। वो थोड़ा डरा भी देंदा ते लालच भी दे दिंदा। असीं डर ते ला लईदियां कठपुतलियां बन के, फिर उहदे हिसाब नाल काम करदे हां, थोड़ा जिहा डिले हो जाता है लड़न वाला काम। सानूं लगदा फर्क पै गया, सानूं लगदा है फर्क पै गया। तो ये कुछ ऐसियां मानसिक उलझणां ने जिन्हां नूं समझना बहुत बरीक है, बहुत बरीक। जिन्ना चिर मनुख आप समझण दी कोशिश ना करे, ये गल उन्ना चिर उलझन सुलझदी नहीं। यही फर्क है भी वहमी बंदा वहम ही कमाई जाता है। यही फर्क है भी वो इस पासे नूं समझण दी, इस बरीकी नूं जानण दी कोशिश करता ही। सो गुरु महाराज की बख्शिश करते ने, कहते ने मैं अपने मूल नूं जान लिया। तो गुरु महाराज ने बचन क्या कहन लगे, असीं की चाहुंदे हां, सुख शांति सहज चंगा जीवन, हर एक असीं गुण चाहुंदे हां, पर मूल कित्थे है?
ਸੌਦਾ ਤੇ ਕਰਦਾ ਹੈ, ਮੂਲ ਕਿੱਥੇ? ਤੇਰੀ ਹਾਲਤ ਉਸ ਵਪਾਰੀ ਵਰਗੀ ਨਹੀਂ ਜਿਹੜਾ ਸੌਦਾ ਵੀ ਕਰਦਾ ਹੈ, ਭਾਅ ਵੀ ਕਰ ਲੈਂਦਾ, ਤੈ ਬਿਲਕੁਲ ਗੱਲ ਨਿਬੜ ਜਾਂਦੀ ਹੈ, ਐਗਰੀਮੈਂਟ ਕਰਨ ਤੇ ਆਉਂਦਾ ਤੇ ਪੈਸੇ ਕੋਲ ਨਹੀਂ। ਐਸੇ ਵਪਾਰੀ ਨੂੰ ਸਮਾਂ ਖਰਾਬ ਕਰਨ ਵਾਲਾ ਬੰਦਾ ਹੀ ਕਵਾਂਗੇ ਅਸੀਂ। ਵਪਾਰੀ ਥੋੜਾ ਕੋਲੋਂ ਤਾਂ ਲਾਉਣਾ, ਮੂਲ ਤਾਂ ਹੈ ਨਹੀਂ ਉਹਦੇ ਕੋਲ, ਸੌਦਾ ਕਾਹਦਾ ਹੋਏ। ਤੋ ਵਿਣ ਰਾਸੀ ਵਪਾਰੀਆ ਤੱਕੇ ਕੁੰਡਾਂ ਚਾਰ, ਚਾਰੇ ਕੁੰਡਾਂ 'ਚ ਭਟਕਦਾ ਹੈ, ਸੌਦੇ ਕਰਦਾ ਹੈ ਹਰ ਜਗ੍ਹਾ ਤੇ। ਇਹੋ ਹੀ ਹਾਲਤ ਉਦਾਹਰਣ ਦੇ ਕੇ ਕਹਿੰਦੇ ਮੂਲ ਨਾ ਬੁੱਝਾਏ ਆਪਣਾ। ਮਨੁੱਖ ਦੀ ਹਾਲਤ ਵੀ ਇਹੋ ਹੈ, ਆਪਣੇ ਮੂਲ ਨਾਲ ਜੁੜਦਾ ਨਹੀਂ, ਚਾਹੁੰਦਾ ਸਭ ਕੁਝ ਹੈ। ਚਾਹੁੰਦਾ, ਅਸੀਂ ਵੀ ਚਾਹੁੰਦੇ ਹਾਂ ਬੱਚੇ ਧਾਰਮਿਕ ਹੋ ਜਾਣ, ਕੌਮ ਦੀ ਚੜ੍ਹਦੀ ਕਲਾ ਹੋ। ਪਹਿਲੋਂ ਆਪਣੀ ਚੜ੍ਹਦੀ ਕਲਾ ਬਾਰੇ ਵੀ ਸੋਚੋ। ਅਸੀਂ ਖੱਡ 'ਚ ਡਿੱਗਦੇ ਰਹੀਏ, ਕੌਮ ਸਾਡੇ ਨਾਲ ਹੀ ਬਾਂਡੀ ਹੈ, ਕੌਮ ਕੋਈ ਉੱਤੋਂ ਤਾਂ ਉਤਰਨੀ ਨਹੀਂ। ਅਸੀਂ ਸਾਰੇ ਰਲ ਕੇ ਹੀ ਕੌਮ ਆ। ਕੌਮ ਕਿਹਨੂੰ ਕਹਿੰਦੇ ਹੋ ਤੁਸੀਂ? ਪੰਥ ਕਿਹਨੂੰ ਕਹਿੰਦੇ ਹੋ? ਧਰਮ ਕਿਹਨੂੰ? ਅਸੀਂ ਇੱਕ ਇੱਕ ਬੰਦਾ ਰਲ ਕੇ ਹੀ ਕੌਮ ਬਣਦੇ ਹਾਂ। ਅਸੀਂ ਇੱਕ ਇੱਕ ਬੰਦਾ ਰਲ ਕੇ ਹੀ ਪੰਥ ਬਣਦੇ ਹਾਂ। ਇੱਕ ਇੱਕ ਸਿੱਖ ਆਪਣੇ ਬਾਰੇ ਸੋਚੇ ਤੇ ਵਿਚਾਰੇ, ਆਪਣੇ ਆਪ ਨੂੰ ਗੁਰੂ ਦੀ ਭੈ ਭਾਵਨੀ ਮਰਿਆਦਾ ਤੇ ਗੁਰਮਤ ਦੇ ਸਿਧਾਂਤ ਮੁਤਾਬਕ ਜਿੰਨੀ ਉਹ ਕੋਸ਼ਿਸ਼ ਕਰ ਸਕਦਾ ਹੈ ਚਲਾਉਣ ਦੀ ਕੋਸ਼ਿਸ਼ ਕਰੇ। ਜਿੰਨੀ ਕੰਟਰੀਬਿਊਸ਼ਨ ਅਸੀਂ ਆਪਣੇ ਵੱਲੋਂ ਕਰ ਸਕਦੇ ਹਾਂ ਉਹ ਕਰਨ ਦੀ ਕੋਸ਼ਿਸ਼ ਕਰੀਏ, ਚੜ੍ਹਦੀ ਕਲਾ ਹੋ ਜਾਏਗੀ। ਤੁਸੀਂ 1 2 4 5 ਬੰਦਿਆਂ ਤੇ ਜ਼ਿੰਮੇਵਾਰੀ ਸੁੱਟੀ, ਉਹ ਤਾਂ ਫਿਰ ਜਿਵੇਂ ਚਲਾਉਣਗੇ ਤੁਹਾਨੂੰ ਚੱਲਣਾ ਹੀ ਪੈਣਾ। ਉਹ ਤਾਂ ਫਿਰ ਜੋ ਕਰ ਰਹੇ ਨੇ ਤੁਹਾਨੂੰ ਦੇਸੀ ਰਿਹਾ। ਜਦੋਂ ਤੁਸੀਂ ਸਾਰੀ ਜ਼ਿੰਮੇਵਾਰੀ ਮੈਨੂੰ ਦੇ ਦਿਓਗੇ ਫਿਰ ਤਾਂ ਮੇਰੀ ਮਰਜ਼ੀ ਨਾਲ ਤੁਹਾਨੂੰ ਚੱਲਣਾ ਚਾਹੀਦਾ। ਜਾਂ ਤਾਂ ਜ਼ਿੰਮੇਵਾਰੀ ਨਾ ਦਿਓ ਤੇ ਜਾਂ ਫਿਰ ਮਰਜ਼ੀ ਮੁਤਾਬਕ ਚੱਲੋ। ਦੋ ਗੱਲਾਂ ਥੋੜੀ ਹੋਣਗੀਆਂ। ਤੁਸੀਂ ਕਾਰ ਭਾਰ ਸੰਭਾਲ ਦਿੱਤਾ ਵੀ ਭਾਈ ਤੁਸੀਂ ਠੇਕੇਦਾਰ ਹੋ, ਤੁਸੀਂ ਕਰੋ। ਤੋ ਵਿਚਾਰਾ ਜਿਸ ਤਰ੍ਹਾਂ ਦਾ ਉਹਦੇ ਤੋਂ ਹੁੰਦਾ, ਜਿੰਨੀ ਕਕਲ ਮੱਤ ਹੈ ਉਹਨੂੰ ਕਰੀ ਜਾਂਦੇ ਨੇ। ਫਿਰ ਅਸੀਂ ਚੀਕਦੇ ਕਿਉਂ ਹਾਂ? ਸਾਡੀ ਕੀ ਕੰਟਰੀਬਿਊਸ਼ਨ ਹੈ? ਸਾਡੀ ਕੀ ਲੋੜ? ਅਸੀਂ ਕੀ ਕਰ ਰਹੇ ਹਾਂ? ਸਾਡਾ ਕੀ ਯੋਗਦਾਨ ਹੈ? ਕਿ ਅਸੀਂ ਆਪਣੇ ਆਪ ਨੂੰ, ਆਪਣੇ ਘਰ ਨੂੰ, ਆਪਣੇ ਆਲੇ ਦੁਆਲੇ ਨੂੰ ਜਾਂ ਹੋਰ ਕੋਈ ਕੌਮ ਜਾਂ ਪੰਥ ਜਾਂ ਗੁਰੂ ਦੀ ਸੇਵਾ ਵਾਸਤੇ ਅਸੀਂ ਕਿੰਨਾ ਕੁ ਯੋਗਦਾਨ ਪਾਉਂਦੇ ਹਾਂ? ਇੱਥੋਂ ਹੀ ਤੁਸੀਂ ਸ਼ੁਰੂ ਕਰ ਲਓ, ਤੁਹਾਨੂੰ ਸਮਝ ਆ ਜਾਏਗੀ ਕਿ ਕਿੰਨਾ ਕੁ ਕੰਮ ਹੋ ਰਿਹਾ ਹੈ, ਕਿੰਨਾ ਕੁ ਵਰਕ ਹੋ ਰਿਹਾ ਹੈ। ਫਲਾਨੀ ਜਗ੍ਹਾ ਵਾਲੇ ਪੈਸੇ ਨਹੀਂ ਵਰਤਦੇ ਕੌਮ ਵਾਸਤੇ, ਤੁਸੀਂ ਉਹਨਾਂ ਨੂੰ ਪੈਸੇ ਦੇਣੇ ਬੰਦ ਕਰ ਦਿੱਤੇ। ਤੁਸੀਂ ਆਪਣੇ ਪੈਸੇ ਨੂੰ ਕੌਮ ਦੇ ਭਲੇ ਲਈ ਵਰਤਣਾ ਸ਼ੁਰੂ ਕਰ ਲਿਆ। ਤੁਸੀਂ ਦੇਈ ਵੀ ਜਾਂਦੇ ਹੋ ਤੇ ਰੋਸ ਵੀ ਕਰੀ ਜਾਂਦੇ ਹੋ। ਕਿਵੇਂ ਚੱਲਣਗੀਆਂ ਦੋਵੇਂ ਗੱਲਾਂ? ਕਿ ਸਾਡੇ ਪਰਿਵਾਰਾਂ 'ਚ, ਰਿਸ਼ਤੇਦਾਰੀ 'ਚ, ਆਲੇ ਦੁਆਲੇ 'ਚ ਕੋਈ ਲੋੜ ਨਹੀਂ ਕਿਸੇ ਸਿੱਖ ਨੂੰ? ਬੜੇ ਲੋੜਵੰਦ। ਤੁਸੀਂ ਰਿਸ਼ਤੇਦਾਰੀ 'ਚ ਹੱਥ ਮਾਰੋਗੇ ਕੋਈ ਨਾ ਕੋਈ ਲੱਭ ਹੀ ਜਾਣਾ। ਤੁਸੀਂ ਆਪਣੀ ਜਾਣ ਪਛਾਣ ਵਾਲਿਆਂ ਵੱਲ ਝਾਤ ਮਾਰੋਗੇ ਨਾ, ਤੁਹਾਨੂੰ ਲੱਭ ਜਾਣਗੇ ਬੰਦੇ। ਆਹ ਬੱਚਾ ਪੜ੍ਹਨ ਵਾਲਾ ਹੈ, ਇਸ ਬੱਚੇ ਨੂੰ ਇਲਾਜ ਦੀ ਲੋੜ ਹੈ, ਇਹ ਸਿੱਖ ਹੈ, ਇਸ ਨੂੰ ਇਸ ਚੀਜ਼ ਦੀ ਲੋੜ ਹੈ। ਸੇਵਾ ਹੋ ਗਈ। ਹੋਰ ਸੇਵਾ ਕਿਹਨੂੰ ਕਹਿੰਦੇ ਹੋ ਤੁਸੀਂ? ਇਹ ਸੇਵਾ ਨਹੀਂ? ਪਰ ਨਹੀਂ, ਅਸੀਂ ਉਹਨਾਂ ਨੂੰ ਜੇ ਦੇ ਦਿੱਤਾ ਉਹ ਸਾਡੇ ਬਰਾਬਰ ਆ ਜਾਣਗੇ। ਸਾਡੇ ਰਿਸ਼ਤੇਦਾਰ ਤਾਂ ਪਛਾਣ ਰਹਿਣੇ ਚਾਹੀਦੇ ਨੇ। ਇਹ ਈਰਖਾ ਸਾਨੂੰ ਸੇਵਾ ਨਹੀਂ ਕਰਨ ਦਿੰਦੀ। ਸੇਵਾ ਅਸੀਂ ਸਮਝਦੇ ਹਾਂ ਕੁਝ ਖਾਸ ਥਾਵਾਂ ਦੇ ਉੱਤੇ ਜਾ ਕੇ ਪੈਸਾ ਸੁੱਟੀ ਜਾਓ, ਸੁੱਟੀ ਜਾਓ। ਉਹ ਬੰਦੇ ਜੋ ਮਰਜ਼ੀ ਬਾਅਦ 'ਚ ਕਰਨ, ਰੋਸ ਵੀ ਕਰੀ ਜਾਓ ਤੇ ਸਪੋਰਟ ਵੀ ਕਰੀ ਜਾਓ, ਦੋਵੇਂ ਕੰਮ ਕਰੀ ਚੱਲੋ। ਇਸ ਚੀਜ਼ ਤੋਂ ਸਾਨੂੰ ਆਪਣਾ ਆਪ ਰੋਕਣਾ ਪਵੇਗਾ। ਜਿਸ ਨੂੰ ਮਹਾਰਾਜ ਨੇ ਕਿਹਾ ਨਾ, ਗਰੀਬ ਦਾ ਮੂੰਹ ਗੁਰੂ ਕੀ ਗੋਲਕ। ਜਿਸ ਨੂੰ ਕਿਹਾ ਹੈ ਸਤਿਗੁਰੂ ਪਾਤਸ਼ਾਹ ਨੇ, ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਾਹ ਬੈਸਣ ਪਾਈਐ। ਇਸ ਅਸੂਲ ਨੂੰ ਅਪਣਾਏ ਬਿਨਾਂ ਗੱਲ ਅੱਗੇ ਨਹੀਂ ਤੁਰੇਗੀ। ਤਾਂ ਮਹਾਰਾਜ ਕਹਿੰਦੇ ਨੇ, ਮੂਲ ਨਾ ਬੁੱਝਾਏ ਆਪਣਾ ਵਸਤ ਰਹੀ ਘਰ ਬਾਹਰ। ਵਸਤੂ ਤੇ ਘਰ 'ਚ ਆਪਣੇ ਮੂਲ ਨੂੰ ਨਹੀਂ ਸਮਝਦਾ, ਇਸ ਕਰਕੇ ਬਾਹਰ ਲੱਭਦਾ ਹੈ। ਜੋ ਘਰ ਵਿੱਚ ਹੈ, ਜੋ ਬਾਹਰ ਅੰਦਰ ਹੈ। ਸੋ ਸਤਿਗੁਰੂ ਕਹਿੰਦੇ ਨੇ, ਮਨ ਮਨ ਹੈ, ਮਨ ਮੰਨ ਗਿਆ, ਪਤੀਜ ਗਿਆ। ਮਰਮੀ ਹੋਏ ਸੋ ਮਨ ਕੋ ਜਾਣੇ। ਜਿਹੜਾ ਜਾਣ ਲੈਂਦਾ ਹੈ ਇਸ ਭੇਤ ਨੂੰ, ਮਰਮ ਦਾ ਅਰਥ ਹੁੰਦਾ ਹੈ ਇਸ ਭੇਤ ਨੂੰ ਜਾਣਨ ਵਾਲਾ, ਰਮਜ਼ੀ ਹੋ ਗਿਆ। ਜਿਸ ਨੇ ਰਮਜ਼ ਜਾਣ ਲਈ ਸੋ ਮਨ ਕੋ ਜਾਣੇ। ਉਹ ਮਨ ਦੇ ਸੁਭਾਅ ਬਾਰੇ ਉਹਨੂੰ ਪਤਾ ਲੱਗ ਗਿਆ ਵੀ ਮਨ ਦਾ ਸੁਭਾਅ ਕੀ ਹੈ। ਅਸੀਂ ਆਪਣੇ ਬੱਚੇ ਦੇ ਸੁਭਾਅ ਬਾਰੇ ਜਾਣਦੇ ਹਾਂ ਨਾ, ਤਾਂ ਸ਼ਾਦੀ ਦਿੰਦੇ ਹਾਂ। ਬਿਨਾਂ ਕਿਸੇ ਘਟਨਾ ਨੂੰ ਵੇਖੇ ਤੋਂ ਕਿਸੇ ਦੀ ਸ਼ਿਕਾਇਤ ਕਿਨੇ ਹੋ ਹੀ ਨਹੀਂ ਸਕਦੀ ਗੱਲ। ਅਸੀਂ ਆਪਣੇ ਬੱਚੇ ਬਾਰੇ ਜਾਣਦੇ ਹਾਂ, ਅਸੀਂ ਆਪਣੇ ਭਰਾ ਬਾਰੇ ਜਾਣਦੇ ਹਾਂ, ਦੋਸਤ ਬਾਰੇ, ਪਰਿਵਾਰ ਦੇ ਮੈਂਬਰ। ਇਹ ਨਹੀਂ ਗੱਲ ਹੋ ਸਕਦੀ। ਇਨਕਾਰ ਕਰ ਦਿੱਤਾ। ਤੇ ਜੇ ਸਾਨੂੰ ਪਤਾ ਲੱਗੇ ਨਹੀਂ ਉਹਨੇ ਇਸ ਤਰ੍ਹਾਂ ਕੀਤਾ ਹੀ ਹੋਏਗਾ, ਅਸੀਂ ਢਿੱਲੇ ਪੈ ਜਾਂਦੇ ਹਾਂ। ਹਾਂ, ਹੈ ਤਾਂ ਇਸੇ ਤਰ੍ਹਾਂ ਦਾ ਹੀ, ਕਰ ਹੀ ਦਿੱਤਾ ਹੋਣਾ ਉਸਨੇ ਇਹ ਕਾਰਾ, ਉਹਨੇ ਇਹ ਗਲਤੀ ਕੀਤੀ ਹੀ ਹੋਣੀ ਹੈ, ਕਿਉਂਕਿ ਇਸ ਤਰ੍ਹਾਂ ਹੀ ਕਰਦਾ ਹੈ ਅਕਸਰ। ਅਸੀਂ ਸੁਭਾਅ ਤੋਂ ਜਾਣੂ ਇੱਕ ਦੂਜੇ ਦਾ।
ਜਿੱਥੇ ਜਾਣ ਪਛਾਣ ਉੱਥੇ ਸੁਭਾਅ ਦੀ ਸਾਡੀ ਇੱਕ ਦੂਸਰੇ ਨਾਲ ਸਾਂਝ ਬਣਦੀ। ਇਸੇ ਤਰ੍ਹਾਂ ਮਨ ਦੇ ਸੁਭਾਅ ਤੋਂ ਗੁਰੂ ਮਹਾਰਾਜ ਕਹਿੰਦੇ ਨੇ ਫਿਰ ਗੁਰੂ ਦੇ ਬਚਨ ਰਾਹੀਂ ਅਸੀਂ ਜਾਣੂ, ਸਾਨੂੰ ਪਤਾ ਲੱਗ ਜਾਂਦਾ ਕਿ ਕਿੱਥੇ ਭੜਕੇਗਾ, ਕਿੱਥੇ ਡੋਲੇਗਾ, ਕਿੱਥੇ ਡਿੱਗੇਗਾ, ਕੀ ਇਹਦੇ ਸੁਭਾਅ ਨੇ। ਮਨ ਦੀ ਅਵਸਥਾ ਤੋਂ ਜਾਣੂ ਹੋ ਗਏ। ਕਹਿੰਦੇ ਨੇ ਮਤ ਕੋਈ ਫਿਰ ਮਤਾ ਕੋਈ, ਮਨ ਮਿਲਤਾ ਬਿਲ ਮਾਵੇ। ਜਦੋਂ ਇਹ ਸਮਝ ਆ ਗਈ ਨਾ ਫਿਰ ਮਤਾ ਕੋਈ ਦੇਰੀ ਕਰੇ। ਜੇ ਸਮਝ ਆ ਜਾਏ ਮਨ ਦੇ ਸੁਭਾਅ ਦੀ ਫਿਰ ਦੇਰੀ ਨਹੀਂ, ਫਿਰ ਇਸ ਮਨ ਨੂੰ ਮੋੜਨ ਵਾਲੇ ਪਾਸੇ ਤੁਰੋ ਵੀ ਇੱਥੇ ਥਿੜਕ ਸਕਦਾ ਇਹਨੂੰ ਰੋਕਣਾ ਹੈ, ਇੱਥੇ ਚੰਗੇ ਕੰਮ ਨੂੰ ਲੱਗ ਸਕਦਾ ਇਹਨੂੰ ਲਾਉਣਾ ਹੈ, ਦੇਰੀ ਨਹੀਂ। ਮਗਨ ਭਇਆ ਤੇ ਸੋ ਸੱਚ ਪਾਵੈ। ਫਿਰ ਇਹ ਮਨ ਤੇ ਇਹ ਮਨ ਫਿਰ ਉਸ ਅਕਾਲ ਪੁਰਖ ਪ੍ਰਭੂ ਦੇ ਨਾਮ ਗੁਣਾ ਵਿੱਚ ਮਗਨ ਹੋ ਜਾਂਦਾ ਹੈ, ਲੀਨ ਹੋ ਜਾਂਦਾ ਹੈ ਤੇ ਉਸ ਸੱਚ ਦੀ ਪ੍ਰਾਪਤੀ ਕਰ ਲੈਂਦਾ ਹੈ। ਵਾਹਿਗੁਰੂ ਅਕਾਲ ਪੁਰਖ ਨਾਲ ਡੂੰਘੀ ਸਾਂਝ ਇਸ ਦੀ ਬਣ ਜਾਂਦੀ ਹੈ। ਅਗਲੇ ਬਚਨ ਵਿੱਚ ਆਖਦੇ ਨੇ ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ। ਕਹਿੰਦੇ ਨੇ ਸਾਰੀ ਜ਼ਿੰਦਗੀ ਮਨ ਦੇ ਉੱਤੇ ਖੜੀ ਹੈ। ਕਾਜ ਦਾ ਮਤਲਬ ਹੈ ਜੀਵਨ ਦਾ ਸਫਲ ਹੋਣਾ। ਜਿਹੜਾ ਹੈ ਨਾ, ਅਸੀਂ ਚਾਹੁੰਦੇ ਜੀਵਨ ਸਫਲ ਹੋਵੇ, ਜੀਵਨ ਸਫਲ ਹੋਵੇ, ਜੀਵਨ ਸਚਿਆਰਾ ਬਣ ਜਾਏ, ਜੀਵਨ ਧਰਮੀ ਹੋਵੇ, ਜੀਵਨ ਰੱਬ ਵਾਲਾ ਹੋਵੇ। ਇਹ ਸਾਰੇ ਕੰਮ ਕਿਹਦੇ ਤੇ ਖੜੇ ਹੋਏ ਨੇ? ਮਨ ਤੇ ਖਲੋਤੇ ਨੇ। ਵੇਖੋ ਕਬੀਰ ਸਾਹਿਬ ਨੇ ਸਪਸ਼ਟ ਕਹਿ ਕਹਿੰਦੇ ਸਾਰੀ ਕਹਾਣੀ ਤੇਰੇ ਮਨ ਤੇ ਖਲੋਤੀ। ਜੀਵਨ ਸਫਲਾ ਕਰਨਾ ਚਾਹੁੰਦਾ, ਮਨ ਤੇ ਖਲੋਤੀ ਹੈ ਗੱਲ। ਇਹਨੇ ਕਰਨਾ ਸਫਲਾ ਜੇ ਹੋਇਆ, ਇਹਨੇ ਹੀ ਬਣਾਉਣਾ ਤੈਨੂੰ ਧਰਮੀ ਜੇ ਬਣਾਇਆ ਤਾਂ, ਇਹਨੇ ਹੀ ਸਚਿਆਰਾ ਬਣਾਉਣਾ ਜੇ ਤੈਨੂੰ ਬਣਾਇਆ ਤਾਂ। ਚੋਰ ਵੀ ਇਸੇ ਬਣਾਇਆ, ਠੱਗ ਵੀ ਇਸੇ ਬਣਾਇਆ, ਬੇਈਮਾਨ ਵੀ ਇਸੇ ਬਣਾਇਆ, ਅਧਰਮੀ ਤੇ ਜ਼ਾਲਮ ਵੀ ਇਸੇ ਬਣਾਇਆ। ਧਰਮੀ ਵੀ ਇਹੋ ਬਣਾਏਗਾ, ਦਇਆਵਾਨ ਵੀ ਇਹੋ ਬਣਾਏਗਾ, ਸਚਿਆਰਾ ਤੇ ਭਲਾ ਪੁਰਖ ਵੀ ਇਹੋ ਬਣਾਏਗਾ। ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ, ਜਿਹੜਾ ਮਨ ਨੂੰ ਸਾਧ ਲਵੇ, ਮਨ ਦੇ ਭੈੜੇ ਸੁਭਾਅ ਤੋਂ ਕਿਨਾਰਾ ਕਰ ਲਏ, ਮਨ ਦੇ ਭੈੜੇ ਸੁਭਾਅ ਬਦਲ ਸੁੱਟੇ, ਸਿੱਧ ਹੋਏ, ਉਹਦਾ ਜੀਵਨ ਸਫਲ ਹੋ ਜਾਂਦਾ ਹੈ, ਉਹਦਾ ਜੀਵਨ ਸਚਿਆਰਾ ਬਣ ਜਾਂਦਾ ਹੈ। ਆਖਦੇ ਮਨ ਹੀ ਮਨ ਸਿਉ, ਮਨ ਹੀ ਹੈ, ਮਨ ਨਾਲ ਹੀ ਸਾਰਾ ਕੁਝ ਹੋਏਗਾ। 2 ਵਾਰ ਕਬੀਰ ਸਾਹਿਬ ਨੇ ਇਹ ਗੱਲ ਬਾਰ-ਬਾਰ ਦੁਹਰਾ ਕੇ ਪੱਕੀ ਮੋਹਰ ਲਾ ਦਿੱਤੀ। ਕਹਿੰਦੇ ਮਨ ਹੀ ਮਨ ਸਿਉ, ਮਨ ਹੀ ਨਾਲ, ਮਨ ਹੀ ਨਾਲ, ਮਨ ਹੀ ਕਰੇਗਾ, ਮਨ ਨਾਲ ਹੀ ਕੰਮ ਹੈ। ਕਹੇ ਕਬੀਰਾ ਮਨ ਸਾ ਮਿਲਿਆ ਨਾ ਕੋਈ। ਮਨ ਵਰਗੀ ਤਾਕਤ ਹੋਰ ਕੋਈ ਨਹੀਂ ਜੀਵਨ ਵਿੱਚ। ਇਹ ਮਨ ਹੀ ਹੈ ਜਿਹੜੀ ਅਕਾਲ ਪੁਰਖ ਵੱਲੋਂ ਸਾਨੂੰ ਸੱਤਾ ਤੇ ਤਾਕਤ ਮਿਲੀ, ਜਿਹਦੇ ਆਸਰੇ ਤੇ ਸਾਡਾ ਜੀਵਨ ਚੱਲ ਰਿਹਾ ਹੈ। ਇਸ ਤੋਂ ਅੱਗੇ ਮਨ ਦੇ ਸੁਭਾਅ ਬਾਰੇ ਗੱਲ ਕਰਦੇ ਹਾਂ। ਕਬੀਰ ਸਾਹਿਬ ਕਹਿੰਦੇ ਨੇ ਇਹ ਮਨ ਸ਼ਕਤੀ, ਇਹ ਮਨ ਸੀਓ। ਜੇ ਮਨ ਮਾਇਆ ਦੇ ਵਿੱਚ ਲੱਗ ਜਾਏ ਤੇ ਮਾਇਆ ਦਾ ਰੂਪ ਹੋ ਜਾਂਦਾ ਹੈ, ਜੇ ਸੱਚ ਵੱਲ ਲਾ ਲਈਏ ਤੇ ਸੱਚ ਦਾ ਰੂਪ ਹੋ ਜਾਂਦਾ ਹੈ। ਯਾਨੀ ਕਿ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਕਹਿੰਦੇ ਜਿਹੋ ਜੀ ਸੰਗਤ ਇਹਨੂੰ ਮਿਲਦੀ ਜਾਏ, ਜਿਹੜੇ ਪਾਸੇ ਇਹਦਾ ਰੁਝਾਨ ਬਣਦਾ ਜਾਏ, ਜਿਹੜੇ ਖਿਆਲ ਵਿਚਾਰ ਇਹਦੇ ਅੰਦਰ ਟਿਕਦਾ ਜਾਏ, ਉਸੇ ਰਾਹ ਤੁਰ ਪੈਂਦਾ। ਜੇ ਧਰਮ ਵਾਲੇ ਪਾਸੇ ਲੈ ਜਾਓ ਧਰਮੀ ਹੋ ਜਾਏਗਾ, ਕੁਕਰਮ ਵਾਲੇ ਪਾਸੇ ਲੈ ਜਾਓ ਕੁਕਰਮੀ ਹੋ ਜਾਏਗਾ। ਇਹ ਮਨ ਸ਼ਕਤੀ ਮਾਇਆਧਾਰੀ ਵੀ ਬਣ ਜਾਂਦਾ ਹੈ ਜੋ ਉਸ ਪਾਸੇ ਜੋੜ ਲਓ। ਇਹ ਮਨ ਸ਼ਿਓ, ਇਹ ਮਨ ਰੱਬੀ ਪਿਆਰ ਵਾਲਾ ਵੀ ਬਣ ਜਾਂਦਾ, ਸੱਚਾ ਵੀ ਬਣ ਜਾਂਦਾ। ਔਰ ਅੱਗੇ ਕਹਿੰਦੇ ਨੇ ਇਹ ਮਨ ਪੰਜ ਤੱਤ ਕੋ ਜੀਓ। ਜਿਸ ਨੂੰ ਸਰੀਰ ਦੇ ਬੇਸ ਉੱਤੇ ਜੋੜੀ ਰੱਖੋ, ਇਹ ਸਰੀਰ ਜਿਹੜਾ ਹੈ ਜਿਸ ਨੂੰ ਇੱਥੋਂ ਤੱਕ ਸੀਮਤ ਰੱਖੋ, ਇਹ ਸਰੀਰ ਦੇ ਚਸਕੇ ਪੂਰੇ ਕਰਨ ਵਿੱਚ ਲੱਗਾ ਰਹੇਗਾ। ਉਹੋ ਜਿਹੇ ਖਿਆਲ ਆਉਣਗੇ ਜਿਹੜੇ ਸਰੀਰ ਦੇ ਚਸਕੇ ਪੂਰੇ ਕਰਦੇ ਹੋਣ, ਗਿਆਨ ਇੰਦਰੀਆਂ ਦੇ ਚਸਕੇ ਪੂਰੇ ਕਰਦੇ ਹੋਣ, ਵਿਸ਼ੇ ਵਿਕਾਰ ਭੋਗਦੇ ਹੋਣ, ਮੰਦੇ ਕੰਮ ਕਰਕੇ ਬੜੇ ਥੋੜੇ ਸਮੇਂ ਦੇ ਸੁੱਖ ਸਰੀਰ ਨੂੰ ਦੇਣ ਵਾਸਤੇ ਇਹ ਉਸ ਆਰੇ ਲੱਗ ਜਾਂਦਾ। ਕੋਈ ਮਾੜਾ ਤੱਕੋ ਤੱਕਣ ਲੱਗ ਪਏਗਾ ਉਸ ਪਾਸੇ। ਥੋੜੇ ਸਮੇਂ ਦਾ ਸੁੱਖ ਹੈ ਨਾ, ਅਲਪ ਸੁੱਖ। ਕਾਮ ਭੋਗ ਲਓ, ਕ੍ਰੋਧ ਆ ਜਾਏ, ਹੰਕਾਰ ਆ ਜਾਏ, ਹਉਮੈ ਹੰਕਾਰ ਦੀ ਗੱਲ, ਈਰਖਾ ਨਾ, ਫਿਰ ਉਹਦੇ ਚੋਂ ਸਵਾਦ ਲੈਣ ਲੱਗ ਪੈਂਦਾ। ਤੋ ਆਖਦੇ ਨੇ ਇਹ ਮਨ ਲੈ ਜੋ ਉਨਮਨ ਰਹੇ। ਹੁਣ ਮਨ ਦੇ ਇਸ ਸੁਭਾਅ ਤੋਂ ਜਾਣੂ ਕਰਾ ਕੇ ਕਬੀਰ ਸਾਹਿਬ ਅਗਲੀ ਗੱਲ ਕਹਿੰਦੇ ਨੇ ਜੇ ਕੋਈ ਇਸ ਮਨ ਨੂੰ ਲੈ ਕੇ, ਭਾਵ ਇਸ ਮਨ ਦੀ ਤਾਕਤ ਨੂੰ ਵਰਤ ਕੇ, ਮਨ ਵਿੱਚ ਸਮਰੱਥਾ ਹੈ ਸਭ ਕੁਝ ਕਰਨ ਦੀ, ਚੰਗਾ ਕਰਨ ਦੀ ਵੀ, ਬੁਰਾ ਕਰਨ ਦੀ। ਹੁਣ ਕਰਨਾ ਕੀ ਹੈ? ਇਸ ਤਾਕਤ ਨੂੰ ਵਰਤਣਾ ਹੈ। ਹੜ੍ਹ ਆਉਂਦੇ ਨੇ ਨਾ, ਤਬਾਹੀ ਲਿਆਉਂਦੇ ਨੇ, ਉਸ ਪਾਣੀ ਨੂੰ ਡੈਮ ਬਣਾ ਕੇ, ਵੱਡੇ ਵੱਡੇ ਡੈਮ ਬਣਾ ਕੇ ਨਹਿਰਾਂ ਦੇ ਰਾਹੀਂ ਖੇਤੀ ਪਾਲਣ ਵਾਸਤੇ, ਸਿੰਜਣ ਵਾਸਤੇ, ਪਾਣੀ ਦੀ ਘਾਟ ਪੂਰੀ ਕਰਨ ਵਾਸਤੇ ਵਰਤ ਲਿਆ। ਹੁਣ ਉਹ ਤਬਾਹੀ ਤੇ ਨਹੀਂ ਨਾ ਕਰਦੇ, ਫਾਇਦਾ ਸ਼ਕਤੀ ਹੈ ਪਾਣੀ 'ਚ, ਵਰਤ ਲੈ।
ਉਹ ਜਿਹੜੀ ਸ਼ਕਤੀ ਹੈ ਪਾਣੀ ਦੀ, ਉਹਨੂੰ ਵਰਤੋਂ ਚ ਬੰਦੇ ਨੇ ਆਪਣੀ ਸਮਰੱਥਾ ਮੁਤਾਬਕ ਅਕਲ ਦੀ ਵਰਤੋਂ ਕਰਕੇ ਲੈ, ਜੁਗਤ ਨਾ, ਇਹਨੂੰ ਅਸੀਂ ਜੁਗਤ ਕਹਿੰਦੇ ਹਾਂ ਵੀ ਜੁਗਤ ਹੈ, ਉਸ ਨੂੰ ਅਸੀਂ ਵਰਤ ਲਿਆ। ਅੱਗ ਹੈ ਕਿੰਨੀ ਭਿਅੰਕਰ ਚੀਜ਼, ਬੇਕਾਬੂ ਹੋ ਜਾਏ ਤਬਾਹੀ ਕਰ ਦੇਗੀ। ਇਹੋ ਹੀ ਅੱਗ ਨੂੰ ਜਦੋਂ ਜੁਗਤ ਨਾਲ ਤੁਸੀਂ ਵਰਤਦੇ ਹੋ, ਤੇ ਅਸੀਂ ਖਾਂਦੇ ਪਕਾਉਂਦੇ ਵੀ ਇਸ ਅੱਗ ਨਾਲ ਹਾਂ। ਫੈਕਟਰੀਆਂ ਕਾਰਖਾਨੇ ਚੱਲਦੇ ਹਨ, ਇੰਜਣ ਚੱਲਦੇ ਨੇ ਇਸੇ ਦੀ ਗਰਮਾਇਸ਼, ਟੈਂਪਰੇਚਰ ਦੀ ਭਾਫ ਨਾਲ, ਕਿੰਨਾ ਕੁਝ ਹੋ ਰਿਹਾ। ਸਵਾਲ ਹੈ ਜੁਗਤ ਦਾ। ਮਨ ਦੇ ਕੋਲ ਬੇਸ਼ੁਮਾਰ ਤਾਕਤ ਹੈ। ਇਸ ਮਨ ਦੀ ਤਾਕਤ ਨਾਲ ਹੀ ਮਨੁੱਖ ਨੇ ਚੰਗੇ ਜਾਂ ਬੁਰੇ ਕਰਮ ਕਰਨੇ ਹਨ। ਹਰ ਸੱਤਾ ਇਹਦੇ ਅੰਦਰ ਮੌਜੂਦ ਹੈ। ਇਹ ਗੁਰੂ ਇਹ ਜੁਗਤ ਦੱਸਦਾ ਹੈ, ਗੋਰੀਆ ਭੇਦ ਬਤਾਵੇ। ਗੁਰੂ ਇਹ ਜੁਗਤ ਦਿੰਦਾ ਹੈ, ਰਮਜ਼ ਦਿੰਦਾ ਵੀ ਤੂੰ ਇਸ ਮਨ ਦੀ ਤਾਕਤ ਨੂੰ ਚੰਗੇ ਪਾਸੇ ਵਰਤ ਕਿਵੇਂ ਸਕਦਾ, ਇਹਦੇ ਰਾਹੀਂ ਤੂੰ ਸੁੱਖ ਕਿਵੇਂ ਕੱਢ ਸਕਦਾ। ਇਹ ਅੱਜ ਤੈਨੂੰ ਦੁੱਖ ਦੇ ਰਿਹਾ ਹੈ, ਇਹੋ ਹੀ ਜੇ ਸੁੱਖ ਦੇਣ ਲੱਗ। ਹਾਥੀ ਜਿਹੜਾ ਨਾ, ਮਨ ਨੂੰ ਗੁਰੂ ਪਾਤਸ਼ਾਹ ਨੇ ਬਾਣੀ 'ਚ ਹਾਥੀ ਵੇਖਿਆ, ਹਾਥੀ 'ਚ ਤਾਕਤ ਬਹੁਤ ਹੈ, ਬੰਦਾ ਉਹਦੇ ਸਾਹਮਣੇ ਕੱਖ ਵੀ ਨਹੀਂ। ਪਰ ਬੰਦੇ ਨੇ ਜੁਗਤ ਲੱਭੀ ਵੀ ਏਡੀ ਤਾਕਤਵਰ ਜੀਵ ਨੂੰ ਕੰਟਰੋਲ 'ਚ ਕਿਵੇਂ ਕੀਤਾ ਜਾ ਸਕਦਾ। ਜੇ ਕੰਟਰੋਲ 'ਚ ਆ ਗਿਆ ਕੰਮ ਬਹੁਤ ਦੇ ਸਕਦਾ। ਜਿਹੜੀ ਲੱਕੜ 15 ਬੰਦੇ ਚੁੱਕਦੇ ਨੇ, ਹਾਥੀ ਇਕੱਲਾ ਸੁੰਡ ਨਾਲ ਚੁੱਕ ਕੇ ਰੱਖ ਦਿੰਦਾ। ਕਮਜ਼ੋਰ ਜਿਹਾ ਬੰਦਾ ਜਿਹਦੀ ਕੋਈ ਪਾਇਆ ਹੀ ਨਹੀਂ, ਉਹਦੇ ਸਿਰ ਉੱਤੇ ਬੈਠਾ, ਲੋਹੇ ਦਾ ਕੁੰਡਾ ਉਹਦੇ ਸਿਰ ਉੱਤੇ ਮਾੜਾ ਟਕੋਰਦਾ ਰਹਿੰਦਾ। ਜੁਗਤ ਸਿੱਖ ਲਈ ਵੀ ਇਹਦੀ ਤਾਕਤ ਨੂੰ ਵੀ ਕੰਮ ਵਿੱਚ ਲਿਆਂਦਾ ਜਾ ਸਕਦਾ। ਤੋ ਇਹ ਕੇਵਲ ਉਦਾਹਰਣ ਮਾਤਰ ਹੈ, ਗੱਲ ਬਾਹਰੀ ਤੌਰ ਤੇ ਸਮਝਣ ਲਈ। ਕਬੀਰ ਜੀ ਕਹਿੰਦੇ ਨੇ, ਜੇ ਇਸ ਮਨ ਦੀ ਤਾਕਤ ਨੂੰ ਲੈ ਕੇ ਵਰਤ ਕੇ ਉਨਮਨ ਰਹੇ, ਉਨਮਨ ਦਾ ਅਰਥ ਹੈ ਆਤਮਿਕ ਆਨੰਦ ਨੂੰ ਮੰਨਣਾ ਚਾਹੇ ਮਨੁੱਖ, ਤਾਂ ਇਸ ਮਨ ਦੀ ਤਾਕਤ ਨੂੰ ਗੁਰੂ ਦੇ ਉਪਦੇਸ਼ ਰਾਹੀਂ ਵਰਤੇ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਬੜੀ ਪਿਆਰੀ ਇਸ ਜਗ੍ਹਾ ਦੇ ਉੱਤੇ ਇੱਕ ਟੂਕ ਦਿੱਤੀ ਹੈ। ਉਹ ਕਹਿੰਦੇ ਨੇ, ਜਿਵੇਂ ਅਣਜਾਣਾ ਬਾਲ ਆਪਣੇ ਬਾਪ ਦੀ ਗੋਦ ਵਿੱਚ ਖੇਡਦਾ ਤੇ ਪਿਤਾ ਦੀ ਉਂਗਲੀ ਫੜ ਕੇ ਬੇਫਿਕਰ ਰਹਿੰਦਾ, ਜਦੋਂ ਬਾਪ ਦੀ ਉਂਗਲੀ ਛੁੱਟ ਜਾਏ ਤੇ ਉਹਨੂੰ ਫਿਕਰ ਚਿੰਤਾ ਹੁੰਦੀ, ਬਾਪ ਨੂੰ ਯਾਦ ਕਰਦਾ, ਉਹ ਇਕੱਲਾ ਮਹਿਸੂਸ ਕਰਦਾ। ਔਰ ਇਸੇ ਤਰ੍ਹਾਂ ਕਹਿੰਦੇ ਨੇ, ਪ੍ਰਭੂ ਅਕਾਲ ਪੁਰਖ ਦੀ ਸ਼ਰਨ ਲੈਣ ਵਾਲੇ ਜੀਵ ਇਸੇ ਤਰ੍ਹਾਂ ਬੇਫਿਕਰੀ ਵਿੱਚ ਰਹਿੰਦੇ ਹਨ। ਜਦੋਂ ਉਸ ਸੱਚ ਨਾਲ ਉਹ ਸਾਂਝ ਟੁੱਟ ਜਾਂਦੀ ਹੈ ਤਾਂ ਫਿਕਰ ਚਿੰਤਾ ਝੋਰੇ ਸਾਰਾ ਕੁਝ ਉਹਨਾਂ ਦੇ ਜੀਵਨ ਵਿੱਚ ਆ ਕੇ ਖਲੋ ਜਾਂਦਾ ਹੈ। ਇਸੇ ਤਰ੍ਹਾਂ ਕਹਿੰਦੇ, ਇਸ ਮਨ ਨੂੰ ਲੈ ਕੇ ਜਿਹੜਾ ਸੱਚ ਨਾਲ ਜੁੜਿਆ ਰਹੇ, ਉਹਨੂੰ ਮਨ ਆਤਮਿਕ ਖਿੜਾਓ ਪ੍ਰਾਪਤ ਕਰਨਾ ਚਾਹੇ, ਖੁਸ਼ੀ ਚੜ੍ਹਦੀ ਕਲਾ ਵਾਲਾ ਜੀਵਨ ਜੀਣਾ ਚਾਹੇ, ਤਾਂ ਕਬੀਰ ਸਾਹਿਬ ਜੀ ਅੱਗੇ ਬਚਨ ਕਰਦੇ ਨੇ। ਇਸੇ ਤਰ੍ਹਾਂ ਉਸ ਦੇ ਜੀਵਨ ਦੇ ਵਿੱਚ ਇਹ ਪਲਟਾ ਆ ਜਾਂਦਾ ਹੈ, ਇਹ ਦਾਤ ਉਸ ਨੂੰ ਪ੍ਰਾਪਤ ਹੋ ਜਾਂਦੀ। ਤਾਂ ਤੀਨ ਲੋਕ ਕੀ ਬਾਤੈ ਕਹੇ, ਜੋ ਤਿੰਨਾਂ ਲੋਕਾਂ 'ਚ ਵਸਦਾ ਹੈ ਅਕਾਲ ਪੁਰਖ ਪ੍ਰਭੂ, ਫਿਰ ਉਸ ਦੀ ਸਿਫਤ ਸਲਾਹ ਕਰਨ ਲੱਗ ਪੈਂਦਾ ਹੈ, ਉਸ ਦੀ ਵਡਿਆਈ ਤੇ ਗੁਣਾ ਨਾਲ ਸਾਂਝ ਬਣਾਉਂਦਾ ਹੈ, ਤਾਂ ਉਹਨੂੰ ਮਨ ਆਤਮਿਕ ਖਿੜਾਓ, ਆਤਮਿਕ ਆਨੰਦ ਦੀ ਅਵਸਥਾ ਪ੍ਰਾਪਤ ਕਰ ਲੈਂਦਾ। ਗੁਰੂ ਮਹਾਰਾਜ ਕਿਰਪਾ ਬਖਸ਼ਿਸ਼ ਰਹਿਮਤ ਕਰਨ। ਗੁਰੂ ਸਤਿਗੁਰਾਂ ਦਾ ਇਹ ਉਪਦੇਸ਼ ਸਾਡੇ ਜੀਵਨ ਦਾ ਹਿੱਸਾ ਬਣੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਨ। ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।